ਜੀਸਸ ਜੀਸਸ। ਪ੍ਰਭੂ ਯਿਸੂ ਨਾਸੀ ਦੇ ਪਵਿੱਤਰ ਨਾਮ ਦੇ ਵਿੱਚ ਜੁੜੇ ਹੋਏ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਤੁਸੀਂ ਜਦੋਂ ਇਸ ਮਾਧਿਅਮ ਦੇ ਦੁਆਰਾ ਅੱਜ ਪਰਮੇਸ਼ਰ ਦੇ ਵਚਨਾਂ ਨੂੰ ਸਿੱਖਣ ਦੇ ਲਈ ਜਾ ਰਹੇ ਹੋ, ਪਰਮੇਸ਼ਰ ਦਾ ਰੂਹ ਜੇਕਰ ਸਾਨੂੰ ਵਚਨ ਨਾ ਸਿਖਾਏ, ਅਸੀਂ ਆਪਣੀ ਬੁੱਧ ਨਾਲ ਸਿੱਖ ਨਹੀਂ ਸਕਦੇ, ਨਾ ਹੀ ਸਿਖਾ ਸਕਦੇ। ਪ੍ਰਭੂ ਯਿਸੂ ਮਸੀਹ ਨੇ ਕਿਹਾ ਪਵਿੱਤਰ ਆਤਮਾ ਆਏਗਾ, ਉਹ ਤੁਹਾਨੂੰ ਸਿਖਾਏਗਾ, ਮੇਰੀਆਂ ਗੱਲਾਂ ਤੁਹਾਨੂੰ ਸਿਖਾਏਗਾ। ਪ੍ਰਭੂ ਯਿਸੂ ਮਸੀਹ ਨੇ ਕਿਹਾ ਮੈਂ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਸਨ, ਪਰ ਹੁਣੇ ਤੁਸੀਂ ਸਹਾਰ ਨਹੀਂ ਸਕਦੇ, ਸਹਾਰ ਨਹੀਂ ਸਕਦੇ। ਸਿੱਖਿਆ ਨੂੰ ਸਹਾਰਨਾ, ਪ੍ਰਭੂ ਦੀਆਂ ਗੱਲਾਂ ਨੂੰ ਸਹਾਰਨਾ, ਸਿੱਖਣਾ, ਅਪਣਾਉਣਾ, ਉਹਨਾਂ ਤੇ ਚੱਲਣਾ, ਇਹ ਮਨੁੱਖੀ ਬੁੱਧੀ ਔਰ ਮਨੁੱਖੀ ਯੋਗਤਾ ਤੇ ਨਿਰਭਰ ਨਹੀਂ ਹੈ, ਇਹ ਪਵਿੱਤਰ ਆਤਮਾ ਤੇ ਨਿਰਭਰ ਹੈ। ਇਸ ਲਈ ਖੁਦਾ ਦਾ ਰੂਹ ਜਦੋਂ ਆਉਂਦਾ ਹੈ ਉਹ ਸਿਖਾਉਂਦਾ ਹੈ, ਉਹ ਕੇਵਲ ਗੱਲਾਂ ਹੀ ਨਹੀਂ ਕਰਦਾ, ਉਹ ਸਿਖਾਉਂਦਾ ਹੈ ਔਰ ਉਹ ਗੱਲਾਂ ਨੂੰ ਅੰਦਰ ਪਾਉਂਦਾ ਹੈ, ਪ੍ਰਭੂ ਦੀਆਂ ਗੱਲਾਂ ਨੂੰ ਅੰਦਰ ਪਾਉਂਦਾ ਹੈ। ਜਦੋਂ ਪ੍ਰਭੂ ਦੀਆਂ ਗੱਲਾਂ ਇਨਸਾਨ ਦੇ ਅੰਦਰ ਪਾਈਆਂ ਜਾਂਦੀਆਂ ਹਨ, ਬੰਦਾ ਭਰ ਜਾਂਦਾ ਹੈ। ਔਰ ਅੱਜ ਉਹ ਸਮਾਂ ਹੈ ਕਿ ਜਦੋਂ ਪਵਿੱਤਰ ਆਤਮਾ ਸਿਖਾਏ, ਆਪਣੀਆਂ ਗੱਲਾਂ ਸਿਖਾਏ, ਪ੍ਰਭੂ ਦੀਆਂ ਗੱਲਾਂ ਸਿਖਾਏ। ਇਸ ਲਈ ਆਓ ਆਪਣੇ ਸਿਰਾਂ ਨੂੰ ਝੁਕਾਈਏ ਔਰ ਪ੍ਰਾਰਥਨਾ ਕਰੀਏ। ਪ੍ਰਭੂ ਨੂੰ ਕਹੀਏ, ਪ੍ਰਭੂ ਮੈਂ ਸਿੱਖਣਾ ਚਾਹੁੰਦਾ, ਮੈਂ ਸਿੱਖਣਾ ਚਾਹੁੰਦੀ ਹਾਂ, ਮੈਨੂੰ ਸਿਖਾ। ਸਰਵਸ਼ਕਤੀਮਾਨ ਪਰਮੇਸ਼ਵਰ, ਸਾਡੇ ਉਦਾਰਕਰਤਾ ਯਿਸੂ ਨਾਸੀ ਦੇ ਪਵਿੱਤਰ ਨਾਮ ਵਿੱਚ ਅਸੀਂ ਤੇਰੇ ਪਵਿੱਤਰ ਹਜ਼ੂਰ ਦੇ ਵਿੱਚ ਝੁਕਦੇ ਹਾਂ ਔਰ ਇਕਰਾਰ ਕਰਦੇ ਹਾਂ ਕਿ ਸਾਡੀ ਇਹ ਮਨੁੱਖੀ ਔਰ ਤੁਸ਼ ਬੁੱਧੀ ਤੇਰੀਆਂ ਗੱਲਾਂ ਨੂੰ ਸਮਝ ਨਹੀਂ ਸਕਦੀ ਪ੍ਰਭੂ। ਔਰ ਖੁਦਾਵੰ, ਸਾਡੀ ਇਹ ਤੁਸ਼ ਜ਼ੁਬਾਨ ਪ੍ਰਭੂ ਤੇਰੀਆਂ ਗੱਲਾਂ ਦੀ ਠੀਕ ਵਿਆਖਿਆ ਨਹੀਂ ਕਰ ਸਕਦੀ। ਪਰ ਤੇਰਾ ਧੰਨਵਾਦ ਆ, ਤੇਰਾ ਆਤਮਾ ਹੈਗਾ ਆ, ਤੇਰਾ ਧੰਨਵਾਦ ਆ, ਤੇਰਾ ਪਵਿੱਤਰ ਆਤਮਾ ਮੌਜੂਦ ਆ, ਜੋ ਸਿਖਾਉਂਦਾ ਆ, ਜੋ ਸਮਝਾਉਂਦਾ ਆ, ਜੋ ਅੰਦਰ ਗੱਲਾਂ ਭਰ ਦਿੰਦਾ ਆ ਔਰ ਚੱਲਣ ਦੀ ਤਾਕਤ ਨਾਲ ਵੀ ਮਾਮੂਰ ਕਰ ਦਿੰਦਾ ਆ। ਇਹ ਖੁਦਾਵੰਦ ਤੇਰਾ ਧੰਨਵਾਦ ਕਰਦੇ ਹਾਂ। ਪਵਿੱਤਰ ਆਤਮਾ ਜੀ, ਤੁਸੀਂ ਸਿਖਾਓ, ਯਿਸੂ ਨਾਸਰੀ ਦੀਆਂ ਗੱਲਾਂ ਸਿਖਾਓ, ਭੇਦ ਭਰੀਆਂ ਗੱਲਾਂ ਸਿਖਾਓ, ਸਮਝਾਓ, ਇੱਕ ਇੱਕ ਦੇ ਨਾਲ ਗੱਲ ਕਰੋ, ਇੱਕ ਇੱਕ ਦੇ ਅੰਦਰ ਤੇਰੀਆਂ ਗੱਲਾਂ ਨੂੰ ਫਿੱਟ ਕਰ ਦੋ। सब आशीषित हो जान, सब मुबारक हो जान, सब जयवंत हो जान, सब ब्लेस्ड हो जान, सब मुबारक हो जान। और खुदावंद तेरियां गल्लां नूं सीख के सब अपनान और अगे वधन, और सब दी जिंदगी कामयाब और कारगर हो जाए और प्रभु तेरे काम आने वाली जिंदगी बन जाए। धन्यवाद धन्यवाद धन्यवाद। सब दे लिए गवाही दी जाए कि परमेश्वर का सिखाया होया है। धन्यवाद धन्यवाद धन्यवाद। प्रभु तुसी अपने बंदे यूहन्ना द्वारा बोलिया कि खुदा दा रूह तुहानूं सिखाएगा। खुदा रूह सिखा सिखा, प्लीज प्लीज प्लीज। धन्यवाद 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 करते हैं, तुसीं साडी दुआ नूं मान लिया, धन्यवाद करते हैं, कबूल किया, तेरा धन्यवाद करते हैं। सारियां दुआवां बेनतियां यीशु नासरी दे पवित्र नाम च अधीन हो के धन्यवाद सहित मंगदे हैं, आमीन। अज तुसीं सारे इस माध्यम द्वारा प्रभु यीशु नासरी दे पवित्र और जयवंत नाम दे वसीले नाल पवित्र आत्मा की हजूरी में एकत्रित होए हो, चाहे तुसी इस वक्त किते भी हो, अगर तुसी अपने सफर के दौरान भी हो, किते भी हो, प्रभु की हजूरी है तुहाडे इर्द गिर्द, क्योंकि तुसी यीशु के नाम विच इस शब्द नूं, इस वचन नूं सुन रहे हो, समझ रहे हो, सीख रहे हो। और एक समय प्रार्थना दे विखे भी सीखांगे। प्रार्थना प्रार्थना वो हिस्सा, वो समा, वो लम्हा जिहदे बारे यीशु मसीह लूका इंजील दे 18वें अध्याय दे पहले वचन च कहंदे हन, सदा ही प्रार्थना करते रहो। सदा, जिहदे विच सदा बने रहना चाहिए है, उहनूं सिखांगे, कुछ समय समझांगे, कुछ समय सिखांगे, कुछ समय समझांगे पवित्र आत्मा की प्रेजेंस दे विच, कुछ समय सिखांगे प्रभु की हजूरी दे विच। सदा ही किदां बने रहिए, सदा ही किदां बने रहिए, किदां बने रहिए सदा ही, किदां बने रह सकते हैं सदा ही, इस गल कुछ समय सीखा। कुछ समय प्रार्थना च नहीं रहना है, सदा ही रहना है। प्रभु इदां ही कहते हैं, सदा ही। और एक प्रभु सानू सिखांदा है किदां ही, सदा ही। सदा का मतलब हमेशा, हमेशा।
हमेशा दी जिंदगी है, हमेशा दा खुदा है, हमेशा दा पवित्र आत्मा, हमेशा दा जिंदा शब्द है। ਅਸੀਂ ਥੋੜੇ ਸਮੇਂ ਲਈ ਪ੍ਰਭੂ ਦੇ ਕੋਲ ਆਈਏ, ਇਹ ਗੱਲ ਪ੍ਰਭੂ ਨੂੰ ਗਵਾਰਾ ਨਹੀਂ ਹੈ। ਅਸੀਂ ਬਣੇ ਰਹੀਏ, ਇਹ ਗੱਲ ਪ੍ਰਭੂ ਨੂੰ ਪਸੰਦ ਹੈ। ਅਸੀਂ ਬਣੇ ਰਹੀਏ ਕਿਉਂਕਿ ਇਹ ਹਕੀਕਤ ਹੈ, ਜ਼ਿੰਦਗੀ ਮੁੱਕ ਸਕਦੀ ਹੈ, ਦੁਨਿਆਵੀ ਜ਼ਿੰਦਗੀ, ਪਰ ਪ੍ਰਭੂ ਦੀ ਹਜ਼ੂਰੀ ਨਹੀਂ ਮੁੱਕਣ ਵਾਲੀ, ਪ੍ਰਭੂ ਦੀ ਪ੍ਰੈਜ਼ੈਂਸ ਨਹੀਂ ਮੁੱਕਣ ਵਾਲੀ। ਪ੍ਰਭੂ ਦੇ ਨਾਲ ਅਸੀਂ ਬਣੇ ਰਵਾਂਗੇ, ਪ੍ਰਭੂ ਦੀ ਹਜ਼ੂਰੀ 'ਚ ਬਣੇ ਰਵਾਂਗੇ, ਪ੍ਰਭੂ ਸਾਡੇ ਨਾਲ ਬਣਿਆ ਰਹੇਗਾ, ਪ੍ਰਭੂ ਦੀ ਹਜ਼ੂਰੀ ਬਣੀ ਰਹੇਗੀ। ਇਸ ਲਈ ਪ੍ਰਭੂ ਨੇ ਕਿਹਾ ਸਦਾ ਪ੍ਰਾਰਥਨਾ ਕਰਦੇ ਰਹੋ। ਇਸ ਲਈ ਜਦੋਂ ਪ੍ਰਭੂ ਯਿਸੂ ਮਸੀਹ ਨੇ ਸਿਖਾਇਆ ਇਸ ਗੱਲ ਨੂੰ, ਸਭ ਤੋਂ ਪਹਿਲਾਂ ਮੱਤੀ ਦੀ ਇੰਜੀਲ ਦੇ 6ਵੇਂ ਅਧਿਆਇ ਨੂੰ ਖੋਲਾਂਗੇ। ਮੱਤੀ ਰਸੂਲ ਦੀ ਇੰਜੀਲ ਉਸਦਾ 6ਵਾਂ ਅਧਿਆਇ, ਉਸਦਾ 5ਵਾਂ ਵਚਨ ਜਦੋਂ ਪੜ੍ਹਦੇ ਹਾਂ, 5ਵੇਂ ਵਚਨ ਤੋਂ 15 ਵਚਨ ਤੱਕ ਪ੍ਰਾਰਥਨਾ ਦੇ ਸੰਦਰਭ ਦੇ ਨਾਲ ਹੀ ਪ੍ਰਭੂ ਨੇ ਬੋਲਿਆ। ਜਦੋਂ ਬੋਲਿਆ ਹੈ, ਇਹਦੇ ਵਿੱਚ ਪ੍ਰਭੂ ਨੇ ਪ੍ਰਾਰਥਨਾ ਕਿੱਦਾਂ ਕਰਨੀ ਹੈ ਇਹ ਵੀ ਦੱਸਿਆ ਹੈ, ਕਿਹੜੇ ਸ਼ਬਦ ਵਰਤਣੇ ਹਨ ਉਹ ਵੀ ਦੱਸਿਆ ਹੈ। ਹੁਣ ਜੋ ਇਹ ਗੱਲ ਹੈ, ਜੋ ਇਹ ਜਿਹੜੀ ਗੱਲ ਹੈ, ਇਹਦੇ ਵਿੱਚ ਬੜੀ ਸਪਸ਼ਟ ਰੂਪ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ, ਪ੍ਰਭੂ ਜੀ ਨੇ ਕਿਹਾ ਜਾਂ ਤੁਸੀਂ ਪ੍ਰਾਰਥਨਾ ਕਰੋ ਤਾਂ ਕਪਟੀਆਂ ਵਾਂਗੂ ਨਾ ਹੋ, ਕਿਉਂ ਜੋ ਉਹ ਸਮਾਜਾਂ ਅਤੇ ਚੌਂਕਾਂ ਦੇ ਖੂੰਜਿਆਂ ਵਿੱਚ ਖੜੇ ਹੋ ਕੇ ਪ੍ਰਾਰਥਨਾ ਕਰਨੀ ਪਸੰਦ ਕਰਦੇ ਹਨ, ਜੋ ਮਨੁੱਖ ਉਹਨਾਂ ਨੂੰ ਵੇਖਣ। ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਆਪਣਾ ਫਲ ਪਾ ਚੁੱਕੇ। ਪਰ ਜਾਂ ਤੂੰ ਪ੍ਰਾਰਥਨਾ ਕਰੇ ਤਾਂ ਆਪਣੀ ਕੋਠੜੀ ਵਿੱਚ ਵੜ ਅਤੇ ਆਪਣਾ ਬੂਹਾ ਭੇੜ ਕੇ ਆਪਣੇ ਪਿਤਾ ਤੋਂ ਜਿਹੜਾ ਗੁਪਤ ਹੈ ਪ੍ਰਾਰਥਨਾ ਕਰ, ਅਤੇ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਹੈ ਤੈਨੂੰ ਫਲ ਦੇਵੇਗਾ। ਅਤੇ ਤੁਸੀਂ ਪ੍ਰਾਰਥਨਾ ਕਰਦਿਆਂ ਹੋਇਆਂ ਪਰਾਈਆਂ ਕੌਮਾਂ ਦੇ ਲੋਕਾਂ ਵਾਂਗਰ ਵੱਖ-ਵੱਖ ਨਾ ਕਰੋ, ਕਿਉਂ ਜੋ ਸਮਝਦੇ ਹਨ ਭਈ ਸਾਡੇ ਬਹੁਤ ਬੋਲਣ ਕਰਕੇ ਸਾਡੀ ਸੁਣੀ ਜਾਵੇਗੀ। ਸੋ ਤੁਸੀਂ ਉਹਨਾਂ ਵਰਗੇ ਨਾ ਹੋਵੋ, ਕਿਉਂ ਜੋ ਤੁਹਾਡਾ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਕਿ ਤੁਹਾਨੂੰ ਕਿਹਨਾਂ ਵਸਤਾਂ ਦੀ ਲੋੜ ਹੈ। ਸੋ ਤੁਸੀਂ ਇਸ ਵਿਧ ਨਾਲ ਪ੍ਰਾਰਥਨਾ ਕਰੋ, हे ਸਾਡੇ ਪਿਤਾ ਜਿਹੜਾ ਸੁਰਗ ਵਿੱਚ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ। ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਅਤੇ ਸਾਡੇ ਕਰਜ਼ ਸਾਨੂੰ ਮਾਫ ਕਰ, ਜਿਵੇਂ ਅਸਾਂ ਵੀ ਆਪਣੇ ਕਰਜ਼ਾਈਆਂ ਨੂੰ ਮਾਫ ਕੀਤਾ ਹੈ, ਅਤੇ ਸਾਨੂੰ ਪਰਤਾਵੇ ਵਿੱਚ ਨਾ ਲਿਆ, ਸਗੋਂ ਬੁਰਾਈ ਤੋਂ ਬਚਾ। ਕਿਉਂਕਿ ਜੇ ਤੁਸੀਂ ਮਨੁੱਖਾਂ ਨੂੰ ਉਹਨਾਂ ਦੇ ਅਪਰਾਧ ਮਾਫ ਕਰਦੇ ਹੋ ਤਾਂ ਤੁਹਾਡਾ ਸੁਰਗੀ ਪਿਤਾ ਤੁਹਾਨੂੰ ਵੀ ਮਾਫ ਕਰ ਦੇਵੇਗਾ। ਪਰ ਜੇ ਤੁਸੀਂ ਮਨੁੱਖਾਂ ਨੂੰ ਉਹਨਾਂ ਦੇ ਅਪਰਾਧ ਮਾਫ ਨਾ ਕਰੋ ਤਾਂ ਤੁਹਾਡਾ ਪਿਤਾ ਵੀ ਤੁਹਾਡੇ ਅਪਰਾਧ ਮਾਫ ਨਾ ਕਰੇਗਾ। ਆਮੀਨ। ਇੱਥੇ ਬਹੁਤ ਸਾਰੀਆਂ ਗੱਲਾਂ ਹਨ। ਅੱਜ ਦੇ ਇਸ ਮੈਸੇਜ ਦੇ ਵਿੱਚ ਸਾਰੀਆਂ ਗੱਲਾਂ ਹੋ ਸਕਦਾ ਹੀ ਟੱਚ ਨਾ ਕਰ ਸਕੀਏ, ਕਿਉਂਕਿ ਹਰ ਮੈਸੇਜ ਦਾ ਇੱਕ ਲਿਮਿਟਡ ਟਾਈਮ ਹੁੰਦਾ ਹੈ। ਪਰ ਖੁਦਾ ਦਾ ਰੂਹ ਜੋ ਹੈ ਉਹ ਸਾਡੇ ਨਾਲ ਹਰ ਐਂਗਲ ਤੋਂ ਬੋਲਦਾ ਹੈ, ਹਰ ਐਂਗਲ ਤੋਂ। ਕਿਉਂਕਿ ਜ਼ਿੰਦਗੀ ਦੇ ਕਿਹੜੇ ਹਿੱਸੇ ਵਿੱਚ ਅਸੀਂ ਕਿਹੜੇ ਐਂਗਲ 'ਚ ਪਏ ਹੋਣਾ ਆ, ਇਹ ਪਰਮੇਸ਼ਵਰ ਜਾਣਦਾ ਹੈ, ਅਸੀਂ ਨਹੀਂ ਜਾਣਦੇ ਹੈਗੇ। ਪਰ ਉਹ ਪਹਿਲਾਂ ਤੋਂ ਜ਼ਿੰਦਗੀ ਦੇ ਹਰ ਐਂਗਲ ਦੇ ਵਿੱਚੋਂ ਬੋਲਦਾ ਹੈ, ਜ਼ਿੰਦਗੀ ਦੇ ਹਰ ਅਵਸਥਾ ਦੇ ਬਾਰੇ ਬੋਲਦਾ ਹੈ, ਜ਼ਿੰਦਗੀ ਦੀ ਹਰ ਸਥਿਤੀ ਦੇ ਬਾਰੇ ਬੋਲਦਾ ਹੈ, ਜ਼ਿੰਦਗੀ ਦੇ ਹਰ ਹਾਲਾਤ ਦੇ ਬਾਰੇ ਬੋਲਦਾ ਹੈ। ਉਹ ਬੋਲ ਚੁੱਕਾ ਹੈ, ਹੁਣ ਤਾਂ ਸਿਰਫ ਸਮਝਾਉਂਦਾ ਹੀ ਹੈ। ਹੁਣ ਅਸੀਂ ਕਹਿੰਦੇ ਪਵਿੱਤਰ ਆਤਮਾ ਮੇਰੇ ਨਾਲ ਬੋਲਦਾ ਹੈ, ਉਹ ਸਿਰਫ ਸਮਝਾਉਂਦਾ ਹੀ ਹੈ, ਬੋਲ ਚੁੱਕਾ ਹੈ। ਉਹਦੀਆਂ ਗੱਲਾਂ ਪ੍ਰਤੱਖ ਹੋ ਚੁੱਕੀਆਂ ਹਨ, ਪਰ ਸਮਝ ਨਹੀਂ ਲੱਗਦੀਆਂ, ਇਸ ਕਰਕੇ ਉਹ ਸਮਝਾਉਂਦਾ ਹੈ। ਪ੍ਰਭੂ ਦਾ ਧੰਨਵਾਦ ਆ, ਪ੍ਰਭੂ ਦੀਆਂ ਗੱਲਾਂ ਉਹ ਸਾਡੇ ਅੰਦਰ ਪਾਉਂਦਾ ਹੈ, ਕਿਉਂਕਿ ਆਤਮਾ ਇੱਕੋ ਹੀ ਹੈ। ਪੁੱਤਰ ਦਾ ਆਤਮਾ ਸਾਡੇ 'ਚ ਪਾਇਆ ਗਿਆ ਹੈ ਕਲੀਸਿਆ ਦੇ ਵਿੱਚ, ਪੁੱਤਰ ਦਾ ਆਤਮਾ ਕਲੀਸਿਆ 'ਚ ਪਾਇਆ ਗਿਆ ਹੈ, ਪ੍ਰਭੂ ਦਾ ਆਤਮਾ ਸਾਡੇ 'ਚ ਪਾਇਆ ਗਿਆ ਹੈ। ਇਸ ਲਈ ਉਹ ਆਤਮਾ ਪ੍ਰਭੂ ਦੀਆਂ ਗੱਲਾਂ ਸਾਨੂੰ ਸਿਖਾਉਂਦਾ ਹੈ। ਜੇਕਰ ਕੋਈ ਉਸ ਆਤਮਾ ਵਿੱਚ ਨਹੀਂ ਹੈ ਤੇ ਉਹ ਪ੍ਰਭੂ ਦੀਆਂ ਗੱਲਾਂ ਨੂੰ ਸਿੱਖ ਨਹੀਂ ਸਕਦਾ, ਸਮਝ ਨਹੀਂ ਸਕਦਾ ਔਰ ਲੈ ਨਹੀਂ ਸਕਦਾ। ਇਸ ਲਈ ਉਸ ਆਤਮਾ 'ਚ ਹੋਣਾ ਬੜਾ ਜ਼ਰੂਰੀ ਹੈ। ਬਹੁਤ ਸਾਰੇ ਸਵਾਲ ਕਰਦੇ ਹਨ, ਪਰ ਕਿਸੇ ਹੋਰ ਸਪਿਰਿਟ ਤੋਂ ਸਵਾਲ ਕਰਦੇ ਹਨ, ਉਹਨਾਂ ਨੂੰ ਉੱਤਰ ਵੀ ਸਮਝ ਨਹੀਂ ਲੱਗਦਾ। ਜਿਹੜੇ ਕਿਸੇ ਹੋਰ ਆਤਮਾ ਤੋਂ ਬੋਲਦੇ ਹਨ, ਜਿਹੜੇ ਖੁਦਾ ਰੂਹ ਤੋਂ ਨਹੀਂ ਬੋਲਦੇ, ਜਿਹੜੇ ਖੁਦਾ ਰੂਹ ਦੇ ਵਿੱਚ ਨਹੀਂ ਹਨ, ਉਹ ਸਵਾਲ ਤਾਂ ਕਰਦੇ ਹਨ, ਪਰ ਉਹਦਾ ਸਵਾਲ ਜਿਹੜਾ ਉਹ ਠੀਕ ਨਹੀਂ ਹੁੰਦਾ, ਵਾਜਿਬ ਨਹੀਂ ਹੁੰਦਾ। ਜਦੋਂ ਪਵਿੱਤਰ ਆਤਮਾ ਉੱਤਰ ਦਿੰਦਾ ਹੈ ਉਹ ਗ੍ਰਹਿਣ ਨਹੀਂ ਕਰਦੇ, ਕਿਉਂਕਿ ਗ੍ਰਹਿਣ ਕਰਨ ਦੀ ਇੱਕ ਅਵਸਥਾ ਹੈ।
ग्रहण करने की अवस्था वो अवस्था है। परमेश्वर के प्रेमी साधु सुंदर सिंह कहते एक चिड़ी जो अपने बच्चों को जो अंडिया विचों कढ़दी है तो अखां बंद होंदियां, उन्हां दियां अखां बंद होंदियां, अखां खुलियां नहीं होंदियां। श्वास लेंदे हुंदे आ, पूरे प्राणी हुंदे आ, पर अखां नहीं अजे खुलियां होंदियां। अजे वो अपनी मां नूं और इस संसार नूं देख नहीं रहे होंदे, कित्थे वो आ गए, देख नहीं रहे होंदे। फिर जदों वो जीवित हो गए हैं, अखां अजे खुलियां नहीं, मां दीदी नहीं, संसार दीदा नहीं, पता नहीं कुछ नहीं पता अजे कौन मेरा कौन पराया, पता नहीं। हुण की है, वो चिड़ी जदों उन्हां दा भोजन लैके आंदी, उन्हां दी मां उन्हां दा भोजन लैके आंदी है, वो कुछ बोलदी आ, कुछ गुणगुणांदी है, कुछ ਉਹਦੇ अंदरों कुछ आवाज़ निकलती है। और वो बच्चा जिहड़ा है, जिहड़े बच्चे हैं उसके फटाफट अपना मूँह खोल देंगे, मूँह खोल देंगे हैं। जो मूँह खोलते हैं तो वो भोजन के अंदर पाँदी है तो खा लेंगे आ, इस तरीके नाल हर रोज़ खाते हैं। और एक दिन फिर वाधे वाधे उनकी अखां खुल जांदियां, फिर अपनी मां नूं रूबरू देखते हैं। बहुत सारे कहते हैं देखूंगा तो मनूंगा, भाई ना उड़ीको, मनूंगे तो देखूंगे, मनूंगे तो देखूंगे, अपनाओगे तो देखोगे। इसलिए अज ठीक इस वो अवस्था है, वो अवस्था है अज इंसान की कि अखां भावें नहीं देखदियां परमेश्वर नूं, पर परमेश्वर का भोजन अगर लै लैंदा है तो इंसान फिर भोजन छकदा छकदा एक दिन फिर वड्डा हो जाता है, तो वड्डा हो के फिर उहदियां अखां खुल जांदियां, तो फिर वो प्रभु नूं जिहड़ा असली मां ते असली प्यो आ, जिहड़ा असली मापा आ, उहनूं देख लैंदा है, उहदा दर्शन कर लैंदा है, उहदे च लीन हो जाता है, कुछ खो जाता, रम जाता है। सवाल बहुत सारे हैं, पर जो जवाब दिंदा है परमेश्वर, जवाब वही समझ सकता है जिहड़ा उहदे एटमोसफीयर दे विच होएगा, जिहड़ा उहदे माहौल च होएगा, जिहड़ा उहदा रूह च होएगा, समझ जाएगा। इसलिए बेनती है ठीक समझण दे लई ठीक उस माहौल विच, उस रूह विच आना जरूरी है, जिथे वो चिड़ी दे बच्चे जिन्हें अखां बंद हैं पर वो लै लैंदे हैं, अपना मूँह खोल के लै लैंदे हैं और वो तगड़े मजबूत बलिष्ठ बन जाते हैं। प्रभु की स्तुति होवे। तुसीं भी अजे अगर भोजन लै लोगे, तुसीं भी एक दिन तगड़े मजबूत बलिष्ठ बन जाओगे, ताकतवर हो जाओगे, तुसीं प्रभु की समानता च हो जाओगे और प्रभु की समानता च होगे प्रभु के नाल रहोगे। यही विश्वास आ, यही चिंता आस है साडी। और हुण इत्थे की है, प्रभु ने शुरू किया है, प्रभु ने शुरू किया है, जो तुसीं प्रार्थना करते हो तो कपटियां वांगू ना करो। प्रभु ने कपटी किन्हां नूं कहा है? उस वक्त के जिहड़े धर्म के ठेकेदार हैं, जिहड़े फरीसी हैं और जिहड़े धर्म के नुमाइंदे हैं, जिहड़े अपने आप कहते धार्मिक असीं हां, तुसीं कख नहीं है, बड़े आराम नाल, तुहाडे बल्ले कुछ नहीं है। इस दुनिया के हर कोने दे विच इदां दे बंदे हुंदे आए आ जिहड़े धर्म के ठेकेदार सीगे और अज भी हैगे। ठेकेदारां दे खुदा खिलाफ आ 100%। ठेकेदार ना बनो, दास बनो, दास। ठेकेदार नूं खुदा पसंद नहीं करता है। और आ जिहड़ी गल आ, प्रभु ठेकेदारां दे खिलाफ बोल रहा। ठेकेदार अज भी दुनिया च हैगे। कई ठेकेदारां नूं बिल्डिंगां ठेकेदारां दे नाम ते चलदियां, फलाने ठेकेदार ने बनाई, पर ठेकेदार नूं कांडी फांडी नहीं आउंदी हुंदी। ਉਹਦੇ ਕੋਲ पैसे होंगे बस, इस करके ठेकेदार बन जाता है। बहुत सारे मेहनत नाल भी ठेकेदार बने हैं, कारीगर है वो कारीगर, पर आम तौर पर नकारे बंदे ठेकेदार बने हैं सिर्फ पैसे के जोर पर। कारोबार कारागरी किसी होर दी है, पर ठेकेदार कोई होर आ, लैवल किसी होर दा लगा, फलाना बिल्डर। मैं कह बिल्डर का विरोध नहीं कर रहा, मैं तुहानूं एक उदाहरण के तौर पर सिखा रहा कि आत्मिक तौर पर भी इदां ही हुंदा आ। मेहनत कोई होर करदा ते वड्याई कोई होर लई जांदा। इस गल नूं ध्यान नाल हुण सुणो, इत्थे की है। प्रभु कहंदा ना कपटियां वांगू ना करियो। ये बड़े बड़े सफेद पोश बन के बड़े बड़े चोगे पा के घूमते हैं और खलो के चौंकां 'च प्रार्थना करते हैं भले दी, पर इन्हां दे अंदर कोई भले दी कामना किसी दे लई नहीं हैगी। ये अंदरों नहीं चाहते किसी का भला और अंदरों भला करने भी तैयार नहीं है। कपट की
है तो ईमानदारी की है, कपट की है, छल की है, ईमानदारी की है। जो अपने अंदर है उन्होंने लुको लेना ਅਤੇ ਉਹ बोलना जो अंदर नहीं हैगा वो छल है, वो कपट है। ईमानदारी है कि जो हैगा वो बोल दिता, जो हैगा ਉਹੀ बोल दिता। ਹੁਣ ਜਿਹੜੀ ਗੱਲ ਆ बाकी सारिया गल्लां 'ਚ ਤਾਂ ਬੇਈਮਾਨੀ ਚੱਲੀ ਜਾਂਦੀ ਆ दुनिया 'ਚ, पर ਅੱਜ ਆ ਗੱਲ ਬੰਦਾ ਤਾਂ ਐਡਿਕਟ ਹੋ ਗਿਆ ਨਾ, ਬੰਦੇ ਨੂੰ ਆਦਤ ਪੈ ਗਈ ਆ ਕੁਝ ਲੁਕਾਉਣ ਦੀ, ਕੁਝ ਦਿਖਾਉਣ ਦੀ। ਲੁਕਾਉਣਾ ਅਸਲੀ ਆ, ਦਿਖਾਉਣਾ ਨਕਲੀ ਹੈ। आदत पै गई। कारोबार च भी हालत होगी, दुनियावी जिंदगी च भी हालत होगी, परिवारिक जिंदगी च हालत होगी और आत्मिक जिंदगी च भी हालत होगी। प्रभु इस गल तो बड़ा परेशान है कि आत्मिक जिंदगी च हालत क्यों हो गई। प्रार्थना कर लग्या भी कपट, प्रार्थना कर लग्या भी कपट, बाकी सारे कमें का कपट चलता, वो प्रार्थना कर लग्या भी कपट करी जाते, प्रार्थना कर लग्या भी अपने लुकोई जाते। ना लुकोवो, ना लुको। इस गल की ठीक व्याख्या समझने की जरूरत है। आज प्रभु ने अगे कहा तू अंदर गुप्त विच प्रार्थना कर, प्रभु के अगे कोठड़ी बंद करके अंदर प्रार्थना कर। अज तुम कह सकते हो माइक च प्रार्थना कद लिए करते हैं, तो स्पीकर में प्रार्थना कद लिए करते हैं। प्रभु इस गल नहीं कह रहे कि तुम स्पीकर में प्रार्थना ना करो, प्रभु इस गल नहीं कह रहे कि तुम माइक च प्रार्थना ना करो, इस गल नहीं कह रहे प्रभु ये कह रहे कपट वाली प्रार्थना ना करो। प्रभु ये कह रहे कपट रख के ना चलो। प्रभु ये कह रहे सीधे हो जाओ, सीधे जो अंदर रहेगा वो बोलो। आज किन्ने प्रभु के बंदे माइक प्रार्थना कर रहे, लोग आशीष पा रहे। जेकर आज माइक प्रार्थना नहीं करेगा वो किन्ने हजारों हजार बंदे मोरे बैठे कितना आवाज पहुंचेगी उस तक। आज बड़ी स्पष्ट गल है कि आज बहुत सारे कह सकते हैं प्रभु तो कहता गुप्त में प्रार्थना करो, अंदर बढ़ के प्रार्थना करो, तुम माइक प्रार्थना कर रहे हैं, तो काम ही गलत है। नहीं, प्रभु ये नहीं कह रहे, प्रभु ये नहीं कह रहे। प्रभु जो तो प्रार्थना कर रहे हैं, यूहन्ना 17 अध्याय में प्रार्थना लिखी गई प्रभु, और जो आ प्रार्थना प्रभु ने सिखाई है जी 9 वचन तो 13 वचन तक है, ये प्रार्थना प्रभु ने बोल के दसी है, बोल के दसी है, तदे चेलियां नूं समझ लगी है। और जी यूहन्ना 17 अध्याय में प्रार्थना है वो भी प्रभु ने बोल के की है, तां ही उन्होंने सुनी है कि प्रभु की प्रार्थना कर रहा है। प्रभु गुप्त प्रार्थना करता है, पहाड़ों से जाके प्रार्थना करता है, अंदर बढ़ के प्रार्थना करता है। प्रभु अपने पिता नाल अंदर जाता है। वो सारी सारी जिंदगी साड़ी व्यक्तिगत प्रार्थना चाहिए है, पर यह गल का मतलब ये नहीं है कि असी उच्ची प्रार्थना नहीं कर सकते, असी बोल के प्रार्थना नहीं कर सकते। मतलब ये नहीं है, यह मतलब ये नहीं है किसी के सामने प्रार्थना नहीं कर सकते, मतलब ये नहीं है। बहुत सारे इसका मतलब गलत कर लिया, और जो इस गल का मतलब गलत कर लिया उन्होंने अगे बेनती आ इस गल को ठीक करैक्ट करो अपने अंदर। यीशु मसीह बोल के प्रार्थना कर रहा है, ऐसे सिखा रहा है प्रभु अपने चेलियां। और यूहन्ना 17 दे प्रभु यीशु मसीह प्रार्थना कर रहा है, और लिखी हुई प्रार्थना लिखी है। प्रभु ने किहड़ी प्रार्थना की है, कितना लिखी है, चेलियां ने सुनी करके लिखी है। इसलिए बेनती है जिस गल समझो, प्रभु कपट वाली प्रार्थना तो परेशान है, ना कि बोल के करने वाली प्रार्थना तो परेशान है, जां झुंड विच करने वाली प्रार्थना तो परेशान है। प्रभु इस गल प्रार्थना तो परेशान नहीं है। यीशु कहते तुहाडे चों 2 जने मिलके जिस भी काम दे लई पिता अगे प्रार्थना करनगे वो मेरे पिता वालों काम किया जाएगा। ਇਹਦਾ मतलब 2 जने जो प्रार्थना करेंगे एक दूसरे सुनूंगा ही, एक दूसरा ਉਹਦੀ शब्द। सो इस गल ਨੂੰ ਕਰੈਕਟ ਕਰ ਲਓ। प्रभु का मतलब कहने का यह नहीं है कि तुसी उच्ची उच्ची प्रार्थना नहीं करनी, या बोल के प्रार्थना नहीं करनी, या झुंड वाली प्रार्थना नहीं करनी, या इकट्ठे होकर प्रार्थना नहीं करनी, ਜਾਂ ਮਾਈਕ 'ਚ ਪ੍ਰਾਰਥਨਾ ਨਹੀਂ ਕਰਨੀ। प्रभु का कहने का मतलब ये नहीं है। प्रभु का कहने का मतलब ये है आ ਜਿਹੜੇ ਬੰਦੇ ਤੁਹਾਡੇ ਭਲੇ ਦੀ प्रार्थना करते ਆ ਇਹਨਾਂ ਦੇ ਅੰਦਰ ਤੁਹਾਡੇ ਲਈ ਭਲਾ नहीं हैगा, अंदर भला नहीं है। यकूब बड़ा क्लीयर इस गल ते बोलदा, वो कहंदा एक बंदा तुहाडे कोल आउंदा भुखा है, ठंड लगदी है, तुसीं कहंदे निग्घा ते रज्जा पुज्जा रहो, प्रार्थना करके तोड़ता, कंबल के पए सी कोल कोई नहीं दिता, खाण वाला भोजन पिया सी कोल कोई नहीं दिता। ये छल आ, ये कपट आ, ये छल आ, ये कपट आ। यीशु दे अंदर प्यार सी, यीशु के अंदर जो नाल 3 दिन तो प्रभु के लोग वो भीड़ नाल चल रही है, प्रभु नूं लोग कहते इन्हों विद्या कर दे, वो कहता इन्हों विद्या कर देवां, इहदा रस्ते जाके भुख ना मर जाणगे, इन्हों रोटी खिलाओ फे भेजने, इन्हों रोटी खिलाओ फे भेजने। क्यों प्रभु ये कहता इन्हों रोटी खिलाओ फे भेजने? क्योंकि प्रभु
कपटी आज आगू नहीं हैगा, कपटी आजड़ी नहीं हैगा। प्रभु सच्चा प्यार करने वाला आजड़ी आ। इस करके वो सोचता अपनी भेड़ां दे बारे, जे इदां आ गया ये भुखे प्यासे रात दिन मेरे मगर तुरे होया, अज मैं इदां वापस भेजूंगा, ये कदों जाके अपने घरां च पहुंचूगे और किदां किन्ने पहुंचूगे किन्ने नहीं पहुंचूगे। क्योंकि इत्थे किहड़ा कोई मोटरसाइकिल ते आया तो कोई गड्डी च आया होया, तुर के आए सारे। और किदां तुर के उजाड़ दे रास्ते पहुंचूगे और किन्ने पहुंचोगे, किन्ने मर जाओगे, किन्ने उस जाओगे, किन्ने डिग जाओगे, राज किन्ने बीमार पै जाओगे। यीशु मसीह इस गल का फिक्र करता है। यीशु मसीह सच्चा आईडी है, इसलिए कहता है सच्चा आईडी जो भेड़ां लिए अपनी जान दिंदा। और आ जिहड़े उस वक्त जिहड़े कपटी है सच्चे आईडी नहीं है, कहते असीं आईडी हैं पर सच्चे आईडी नहीं है। प्रभु ने कहता तुसीं कपटी हैं। और प्रभु अपने शिगिरदां नूं अपने लोकां नूं कहंदा इदां दे नहीं बनना। यीशु मसीह कहता मेरे वर्गे बनना। इसलिए कपट वाली प्रार्थना प्रभु को नहीं चाहिए, छल वाली प्रार्थना प्रभु को नहीं चाहिए। ਇਹਦਾ अर्थ की है? ਇਹਦਾ अर्थ है जो अंदर है वो बोलो प्रार्थना च। जे नहीं अंदर प्रेम हैगा तो बोलना शुरू करो प्रभु मेरे अंदर प्रेम नहीं हैगा, प्रभु मेरे च प्यार ही है नहीं, प्रभु मेरे च प्यार ही नहीं हैगा। जे अंदर नरमाई नहीं ना हैगी, प्रभु को कहना शुरू करो प्रभु मेरे च नरमाई ही है नहीं, प्रभु मैं नम्र ही नहीं हैगा, प्रभु मैं हलीम ही नहीं हैगा, प्रभु मैनू किसी का दर्द ही नहीं आता हैगा। बंदा मेरे सामने तड़ता रहता अब मेरे च उसदे लई दर्द ही नहीं पैदा होता। प्रभु मैं इदां दा बंदा है। ये गल है असली, ये गल असली है कि तुसीं परमेश्वर दे अगे प्रार्थना में सच बोलते हैं, कि तुसीं प्रार्थना ही परमेश्वर दे अगे सच बोलते। अगर तुसीं प्रार्थना ही परमेश्वर दे अगे सच नहीं बोलते तो किते भी नहीं बोलते। तुसीं सुन लो इस गल नूं ध्यान, किते भी नहीं सच बोलते, किते भी नहीं सच बोलते। इस करके अज थोड़े समय इस गल नूं सीख लो कि कपट वालियां प्रार्थना प्रभु नूं नहीं चाहिए, प्रभु नहीं चाहिए। प्रभु नूं कपटी लोकां तो प्रॉब्लम आ। प्रभु ने मत्ती इंजील दे 15 अध्याय दे 7वें 8वें वचन च भी इसे गल बोलिया। ਜਿਹੜੇ उस समय के लोग सीगे वो वाकई कपटी सी और प्रभु नूं कपट वाले नहीं चाहिए। 15 अध्याय मत्ती इंजील 15 अध्याय 7वां 8वां वचन, हे कपटियो यशायाह ने तुहाडे विच ठीक अगंबा कीता है कि लोग अपने बुल्लां नाल मेरा आदर करदे हन पर इन्हां दा दिल मेरे तो दूर है। वो बिरथा मेरी उपासना करदे हन, वो मनुखां दे हुक्मां दी सिक्ख्या दिंदे हन। वो कहंदा ये कपटी लोग आ। ये की करते हैं? ये जुबान तो भला बोलते हैं पर इन्हां दे अंदर भला है नहीं। जुबान तो मेरी वडियाई करते पर अंदर वडियाई है नहीं। जुबान तो भला बोलते लोगों का पर इन्हां दे अंदर भला है नहीं। वो कहता बिरथा ही मेरी उपासना करते, बिरथा ही व्यर्थ ही करते। प्रभु कहता मेरा नाम व्यर्थ ना ले। व्यर्थ नाम लैन का मतलब की है? गल कोई नहीं मननी प्रभु की, बस प्रभु 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 कही जाना। तो प्रभु ने एक दिन अपने मगज वाले लोगों को कहा तुम प्रभु प्रभु क्यों कहते भाई? जो मैं कहना उदी करते नहीं। प्रभु प्रभु कहना सौखा है, लोगों का भला हो, लोगों का भला हो कहना सौखा है, पर भला करना औखा। एक गल सुन लो, जो तुम मसीह हो तुम मसीह की देह हो। जे मसीह की देह भला करन च नहीं लगी, ਇਹਦਾ मतलब मसीह की देह अजे जिंदा और सही देह नहीं बनी। मसीह की देह ने भला करन च लगना और भला करन तो पहला भली बनना आ देह ने। जे साडे अंदर कोई चंगी गल नहीं, पौलुस बड़ा ईमानदार बंदा आ, ਉਹ लिख के बोलदा, लिख के दसदा कि मैं जो अपने अंदर झाती मारदा कहंदा मेरे अंदर कोई भली गल है नहीं। अज असीं कहंदे जे सानूं कोई कहंदा तेरे च भली गल नहीं हैगी, सानूं उत्ते गुस्सा चढ़ जांदा। ये कहंदे तू मैनूं कौन कहंदा कहण वाला हुंदा ओए, मेरे च भली गल नहीं, तैनूं ज़्यादा पता मेरे बारे। प्लीज समझ जाओ, जो कोई कहता है ना तेरे च भली गल नहीं हैगी तो उन्होंने कहो धन्नवाद भरा तेरा, तू मैनूं दसदा, मैं हुण ध्यान नाल चलिया करूँगा, ध्यान रखिया करूँगा। धन्नवाद करन दी बजाय उहदे गल पैंदे। इस करके हुण तुहानूं कोई तुहाडी कमी दस्सण तो भी डरदा है।
ਤੁਹਾਡੇ ਨਾਲ ਗੱਲ ਕਰਨ ਤੋਂ ਵੀ ਡਰਦਾ, ਉਹ ਕਹਿੰਦਾ ਨਹੀਂ ਨਹੀਂ ਭਰਾਵਾ ਉਹਨੂੰ ਦੱਸਣਾ ਨਹੀਂ ਹੈਗਾ, ਉਹ ਤਾਂ ਮੇਰੇ ਗਲ ਪੈ ਜਾਂਦਾ ਹੁੰਦਾ। ਬੰਦਿਆਂ ਦੇ ਗਲ ਪੈ ਕੇ ਚੁੱਪ ਕਰਾ ਸਕਦੇ ਆ, ਪਰ ਇਹ ਗੱਲ ਸੁਣ ਲਓ, ਖੁਦਾ ਨੂੰ ਚੁੱਪ ਨਹੀਂ ਕਰਾ ਸਕਦੇ। ਉਹਨੇ ਜੋ ਬੋਲਣਾ ਆ, ਉਹਦੀ ਆਵਾਜ਼ ਜ਼ੋਰਦਾਰ ਤੇ ਸ਼ਾਨਦਾਰ ਆਵਾਜ਼ ਆ, ਉਹਨੂੰ ਕੋਈ ਨਹੀਂ ਚੁੱਪ ਕਰਾ ਸਕਦਾ। ਇਸ ਲਈ ਅੱਜ ਇੱਥੇ ਗੱਲ ਬੜੀ ਸਪਸ਼ਟ ਰੂਪ ਵਿੱਚ ਇੱਦਾਂ ਸਿੱਖਣੀ ਆ, ਆਪਾਂ ਸਿੱਖ ਰਹੇ ਹਾਂ ਕਿ ਕਪਟ ਨਹੀਂ ਕਰਨਾ ਪ੍ਰਾਰਥਨਾ ਦੇ ਵਿੱਚ। ਪ੍ਰਾਰਥਨਾ ਬਿਲਕੁਲ ਸਿੱਧੀ ਸਿੱਧੀ ਕਰਨੀ, ਸਿੱਧੀ 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 ਕਰਨੀ। ਕਈ ਕਹਿੰਦੇ ਆ ਲਿਖ ਕੇ ਦੇ ਦਿਓ ਪ੍ਰਾਰਥਨਾ, ਲਿਖ ਕੇ ਦੇ ਦਿਓ 5-7 ਅੱਖਰ, 10 ਅੱਖਰ ਇੱਕ ਪੈਰਾ ਲਿਖ ਕੇ ਦੇ ਦਿਓ। ਬਹੁਤ ਸਾਰੇ ਭੈਣ ਭਾਈਆਂ ਨੂੰ ਮੈਂ ਜਾਣਦਾ, 10-10 ਸਾਲ 15-15 ਸਾਲ ਹੋ ਗਏ ਚਰਚ ਆਉਂਦਿਆਂ ਨੂੰ। ਆ ਜਿਹੜਾ ਪਰਚਾ ਪੜ੍ਹਿਆ ਸੀ ਨਾ ਪਹਿਲੇ ਦਿਨ ਲਿਖੀ ਹੋਈ ਪ੍ਰਾਰਥਨਾ, ਤਾਂ ਉਹੀ ਪੜ੍ਹੀ ਜਾਂਦੇ ਅਜੇ ਤੱਕ। ਪਰਚੇ ਵਾਲੀ ਪ੍ਰਾਰਥਨਾ ਕਰੀ ਜਾਂਦੇ, ਪਰਚੇ ਵਾਲੀ। ਕਿੰਨੇ ਸਾਲ ਹੋਰ ਕਰਨੀ ਆ? ਅਜੇ ਕੋਈ ਹੋਰ ਸ਼ਬਦ ਨਹੀਂ ਮਿਲਿਆ ਨਵਾਂ, ਆਇਆ ਹੀ ਨਹੀਂ ਕੋਈ, ਉਤਰਿਆ ਹੀ ਨਹੀਂ ਕੋਈ। ਆਪਣੇ ਆਪ ਤੋਂ ਪੁੱਛੋ, ਕੀ ਮੈਂ ਇੰਨੇ ਸਾਲਾਂ ਵਿੱਚ ਸਿਰਫ ਲਿਖੀ ਹੋਈ ਪ੍ਰਾਰਥਨਾ ਕਰ ਰਿਹਾ, ਅੰਦਰੋਂ ਕੁਝ ਨਹੀਂ ਨਿਕਲਿਆ? ਜੇ ਕੋਈ ਬਾਹਰੋਂ ਤੁਹਾਨੂੰ 4 ਸ਼ਬਦ ਦੱਸਦਾ ਹੈ ਨਾ, ਉਹ ਇੱਕ ਉਹ ਚੀਜ਼, ਇਹ ਅਵਸਥਾ ਆ ਜਿੱਦਾਂ ਇੱਕ ਅੱਜ ਕੱਲ੍ਹ ਦਾ ਹੈਂਡ ਪੰਪ, ਜਿਹੜੇ ਨਲਕੇ ਸੀਗੇ ਉਹ ਬੰਦ ਹੀ ਹੋ ਗਏ। ਪਰ ਜਦੋਂ ਨਲਕੇ ਜਿਹੜੇ ਸੀ ਨਾ, ਨਲਕੇ ਦਾ ਪਾਣੀ ਕਈ ਵਾਰੀ ਉਤਰ ਜਾਂਦਾ, ਕੋਈ ਛੇਛੂਤ ਹੁੰਦਾ ਸੀ, ਪਾਣੀ ਇੱਧਰ ਉੱਧਰ ਹੋ ਜਾਂਦਾ ਸੀ, ਤੇ ਫਿਰ ਇੱਦਾਂ ਹੀ ਥੋੜ੍ਹਾ ਪਾਣੀ ਪਾਉਣਾ ਪੈਂਦਾ ਸੀ, ਉੱਪਰ ਥੋੜ੍ਹਾ ਪਾਣੀ ਪਾਉਣਾ ਪੈਂਦਾ। ਜਦੋਂ ਉੱਪਰੋਂ ਪਾਣੀ ਪਾਉਂਦਾ ਸੀ, ਥੋੜ੍ਹਾ ਬਹੁਤ ਬਾਲਟੀ ਖੰਡ ਪਾਣੀ ਪਾ ਦਿੱਤਾ ਜਾਂਦਾ ਸੀਗਾ, ਤੇ ਫਿਰ ਜਦੋਂ ਪੰਪ ਮਾਰਿਆ ਜਾਂਦਾ ਸੀਗਾ, ਹੈਂਡਲ ਮਾਰਿਆ ਜਾਂਦਾ ਸੀ, ਤਾਂ ਪਾਣੀ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਸੀ। ਹੁਣ ਜਿਹੜੀ ਬਾਲਟੀ ਆ ਇਕੱਲੀ ਉਹੀ ਨਹੀਂ ਨਿਕਲਦੀ ਸੀਗੀ, ਫਿਰ ਥੱਲਿਓਂ ਜਿੰਨਾ ਮਰਜ਼ੀ ਪਾਣੀ ਕੱਢੀ ਜਾਓ, ਥੱਲੇ ਪਾਣੀ ਨਾਲ ਉਹ ਜਿਹੜਾ ਪੂਰਨ ਰੀਤੀ ਨਾਲ ਜੁੜ ਜਾਂਦਾ ਸੀ। ਜਿਹੜੀ ਬਾਹਰੀ ਪਰਚੇ ਵਾਲੀ ਪ੍ਰਾਰਥਨਾ ਹੈ, ਮਾੜੇ ਮੋਟੇ ਦੱਸਣ ਵਾਲੀ ਪ੍ਰਾਰਥਨਾ, ਇਹਦਾ ਇੰਨਾ ਕੀ ਤੁਹਾਡੀ ਮਦਦ ਕਰ ਸਕਦੀ ਹੈ ਕਿ ਬਾਹਰੋਂ ਪਾਣੀ ਪਾਤਾ। ਪਰ ਗੱਲ ਸੁਣੋ, ਜੇ ਉਹੀ ਪਾਣੀ ਨਿਕਲੀ ਜਾਂਦਾ ਹੈ ਨਾ, ਇਹਦਾ ਮਤਲਬ ਤੁਹਾਡੇ 'ਚ ਵੱਡਾ ਨੁਕਸ ਹੈ, ਵੱਡਾ ਨੁਕਸ ਆ, ਕਿਤੇ ਥੱਲੇ ਹੀ ਪੰਕਚਰ ਆ ਤੁਸੀਂ। ਬੇਨਤੀ ਆ, ਖੁਦਾ ਨੂੰ ਕਹਿਣਾ ਸ਼ੁਰੂ ਕਰ ਦਿਓ, ਖੁਦਾ ਅਜੇ ਮੈਨੂੰ ਪ੍ਰਾਰਥਨਾ ਕਰਨੀ ਨਹੀਂ ਆਈ, ਖੁਦਾ ਮੇਰੇ ਅੰਦਰੋਂ ਪ੍ਰਾਰਥਨਾ ਨਿਕਲ ਨਹੀਂ ਲੱਗੀ ਹੈ ਜੀ, ਖੁਦਾ ਮੈਨੂੰ ਠੀਕ ਕਰ, ਖੁਦਾ ਮੇਰੀ ਪ੍ਰਾਰਥਨਾ ਹੋ ਜਾਵੇ ਸਹੀ, ਖੁਦਾ ਮੇਰੇ ਵਿੱਚੋਂ ਪ੍ਰਾਰਥਨਾ ਨਿਕਲਣੀ ਚਾਹੀਦੀ ਹੈ। ਕਿੰਨਾਂ ਨੂੰ ਅਜੇ ਤੱਕ ਪਵਿੱਤਰ ਆਤਮਾ ਦਾ ਬਪਤਿਸਮਾ ਨਹੀਂ ਮਿਲਿਆ ਹੈਗਾ, ਪਰ ਇਸ ਗੱਲ ਦੀ ਕੋਈ ਪਰੇਸ਼ਾਨੀ ਨਹੀਂ ਹੈਗੀ ਕਿ ਪਵਿੱਤਰ ਆਤਮਾ ਦਾ ਬਪਤਿਸਮਾ ਮਿਲਿਆ ਕਿ ਨਹੀਂ ਮਿਲਿਆ, ਮਿਲਣਾ ਚਾਹੀਦਾ ਕਿ ਨਹੀਂ ਮਿਲਣਾ ਚਾਹੀਦਾ, ਕੋਈ ਟੈਨਸ਼ਨ ਨਹੀਂ ਹੈਗੀ, ਕੋਈ ਟੈਨਸ਼ਨ ਨਹੀਂ। ਇਹਨਾਂ ਦਿਨਾਂ ਦੇ ਵਿੱਚ ਐਮਰਜੈਂਸੀ ਚੱਲਣ ਡਈ ਆ ਕੋਵਿਡ-19 ਦੇ ਕਰਕੇ, ਮਹਾਮਾਰੀ ਦੇ ਕਰਕੇ। ਬਹੁਤ ਸਾਰਿਆਂ ਨੂੰ ਫਿਕਰ ਆ, ਪਤਾ ਨਹੀਂ ਖਾਣ ਲਈ ਮਿਲਣਾ ਕਿ ਨਹੀਂ ਮਿਲਣਾ, ਬੜਾ ਫਿਕਰ ਆ, ਬੜੇ ਪ੍ਰਬੰਧ 'ਚ ਲੱਗੇ ਹੋਏ ਆ, ਬੜਾ ਫਿਕਰ ਕਰਦੇ ਰਾਤ ਦਿਨ। ਉਹ ਕਈਆਂ ਨੂੰ ਪ੍ਰੋਬਲਮ ਆ ਮਾੜੀ ਮੋਟੀ, ਉਹ ਡਰੀ ਜਾਂਦੇ, ਪਤਾ ਨਹੀਂ ਕੀ ਹੋ ਜਾਣਾ। ਪਰ ਇਹ ਗੱਲ ਸੁਣੋ, ਤੁਹਾਡਾ ਪ੍ਰਭੂ ਤੁਹਾਡੇ ਲਈ ਵਚਨਬੱਧ ਆ ਕਿ ਪਲਕ ਆਪਣੇ ਲਈ ਆਪੇ ਚਿੰਤਾ ਕਰੇਗਾ। ਪਰ ਇਹ ਗੱਲ ਆ ਕਿ ਤੁਸੀਂ ਇਹ ਦੇਖ ਲਓ, ਅੱਜ ਪ੍ਰਭੂ ਹੈਗਾ ਨਾਲ ਕਿ ਨਹੀਂ ਹੈਗਾ, ਤੁਸੀਂ ਪ੍ਰਭੂ ਵਿੱਚ ਹੈਗੇ ਆ ਕਿ ਨਹੀਂ ਹੈਗੇ, ਅੰਦਰੋਂ ਪ੍ਰਭੂ ਦੀ ਗੱਲਬਾਤ ਆਉਂਦੀ ਆ ਕਿ ਨਹੀਂ ਆਉਂਦੀ। ਇਸ ਗੱਲ ਚੱਲੋ, ਜਿਹੜੇ ਸਿਰਫ ਪਰਚਿਆਂ ਵਾਲੀਆਂ ਲਿਖੀਆਂ ਹੋਈਆਂ ਪ੍ਰਾਰਥਨਾ ਕਰ ਰਹੇ ਆ ਨਾ, ਉਹ ਤੋਂ ਅੱਗੇ ਵਧੋ, ਉਹ ਤੋਂ ਅੱਗੇ ਵਧੋ। ਮੈਂ ਤਾਂ ਇਹ ਸਿੱਖਿਆ ਕਿ ਪਵਿੱਤਰ ਆਤਮਾ ਦਾ ਅਭਿਸ਼ੇਕ ਬੰਦੇ ਤੇ ਕਦੋਂ ਆਉਂਦਾ ਔਰ ਕਦੋਂ ਬੰਦਾ ਨਵੀਆਂ ਭਾਸ਼ਾਵਾਂ, ਗੈਰ ਜ਼ਬਾਨ ਬੋਲਣਾ ਸ਼ੁਰੂ ਕਰਦਾ ਹੈ। ਇੱਕ ਵਿਅਕਤੀ ਜਦੋਂ ਸਿਰਫ ਇੱਕੋ ਸ਼ਬਦ ਤੇ ਆ ਜਾਂਦਾ ਹੈ, ਚਾਹੇ ਹਾਲੇਲੂਇਆ, ਧੰਨਵਾਦ ਯਿਸੂ ਦੇ ਲਹੂ ਦੀ ਹੈ, ਯਿਸੂ ਦੇ ਨਾਮ ਦੀ ਹੈ, ਕੁਛ ਵੀ ਇੱਕੋ ਹੀ ਤੇ ਆ ਜਾਂਦਾ, ਬਾਕੀ ਸਭ ਕੁਛ ਇੱਧਰ ਉੱਧਰ ਹੋ ਜਾਂਦਾ ਔਰ ਇੱਕ ਤੇ ਆ ਜਾਂਦਾ ਹੈ। ਉਹ ਪ੍ਰਭੂ ਨੂੰ ਸਾਬਤ ਕਰਦਾ, ਪ੍ਰਭੂ ਮੇਰੇ ਕੋਲ ਹੁਣ ਸ਼ਬਦ ਮੁੱਕ ਗਏ, ਮੇਰੇ ਕੋਲ ਹੁਣ ਸ਼ਬਦ ਮੁੱਕ ਗਏ। ਜਦੋਂ ਇੱਕ ਵਿਅਕਤੀ ਇਸ ਜਗ੍ਹਾ ਤੇ, ਇਸ ਪੋਜੀਸ਼ਨ ਦੇ ਵਿੱਚ ਆ ਜਾਂਦਾ ਪ੍ਰਭੂ ਦੇ ਅੱਗੇ ਕਿ ਪ੍ਰਭੂ ਮੇਰੇ ਕੋਲ ਹੁਣ ਸ਼ਬਦ ਮੁੱਕ ਗਏ ਆ, ਖੁਦਾ ਉਹਨੂੰ ਆਪਣੇ ਵੱਲੋਂ ਸ਼ਬਦ ਦਿੰਦਾ। ਪਰ ਉਹ ਇੱਕ ਅਵਸਥਾ ਹੈ, ਉਹ ਅਵਸਥਾ ਆਉਣ ਤੋਂ ਪਹਿਲਾਂ ਆ ਜਿਹੜਾ ਅੰਦਰ ਆ, ਜਿਹਦੇ ਵਿੱਚ ਪ੍ਰਭੂ ਯਿਸੂ ਮਸੀਹ ਕਹਿੰਦੇ ਆ ਜੋ ਕੁਛ ਦਿਲ ਵਿੱਚ ਭਰਿਆ, ਜੋ ਕੁਛ ਮਨ 'ਚ ਭਰਿਆ ਉਹ ਬਾਹਰ ਆਉਂਦਾ। ਉਹ ਮਨ ਖਾਲੀ ਕੀਤਾ ਕਿ ਨਹੀਂ ਕੀਤਾ, ਇਹ ਗੱਲ ਇਸ ਤੋਂ ਬਾਅਦ 'ਚ ਪਵਿੱਤਰ ਆਤਮਾ ਦਾ ਮਿਲਣਾ। ਜਦ ਤੱਕ ਦਿਲ ਹੀ ਨਹੀਂ ਖਾਲੀ, ਮਨ ਹੀ ਨਹੀਂ ਖਾਲੀ ਹੋਇਆ, ਕਿੱਥੋਂ ਮਿਲ ਜੂਗਾ? ਜਗ੍ਹਾ ਤਾਂ ਹੈ ਹੀ ਨਹੀਂ ਅੰਦਰ, ਭਰਿਆ ਪਿਆ ਸਮਾਨ ਅੰਦਰ। ਬਹੁਤ ਸਾਰੇ ਭੈਣ ਭਾਈ ਕਹਿੰਦੇ ਕਿੱਦਾਂ ਪ੍ਰਾਰਥਨਾ ਕਰੀਏ, ਸਾਨੂੰ ਤਾਂ ਕਰਨੀ ਹੀ ਨਹੀਂ ਆਉਂਦੀ। ਮੈਂ ਉਹਨਾਂ ਨੂੰ ਕਹਿੰਦਾ ਹੁੰਦਾ, ਭਾਈ ਗੱਲਾਂ ਕਰਨੀਆਂ ਆਉਂਦੀਆਂ, ਕਈ ਭਾਈਆਂ ਨੂੰ, ਕਈਆਂ ਭੈਣਾਂ ਨੂੰ ਗੱਲਾਂ ਬਹੁਤ ਕਰਨੀਆਂ ਆਉਂਦੀਆਂ। ਜਦੋਂ ਪ੍ਰਾਰਥਨਾ ਕਰਨ ਦੀ ਗੱਲ ਆਉਂਦੀ ਆ,
ਕਹਿੰਦੇ ਨਹੀਂ ਭਾਜੀ ਸਾਨੂੰ ਕਿੱਥੇ ਪ੍ਰਾਰਥਨਾ ਕਰਨੀ ਆਉਂਦੀ ਹੈ। ਗੱਲਾਂ ਤੈਨੂੰ ਸਾਰੇ ਪਿੰਡ ਦੀਆਂ ਆਉਂਦੀਆਂ, ਰਾਜਨੀਤੀ ਤੈਨੂੰ ਸਾਰੇ ਇੰਡੀਆ ਦੀ ਆਉਂਦੀ ਹੈ, ਗੱਲਾਂ ਤੈਨੂੰ ਸਾਰੇ ਦੁਨੀਆਦਾਰੀ ਦੀਆਂ ਪਤਾ ਆ, ਤੇ ਰੱਬ ਦੀ ਗੱਲ ਮੁਰੇ ਜਦੋਂ ਰੱਬ ਦੀ ਗੱਲ ਆ ਜਾਂਦੀ, ਪ੍ਰਾਰਥਨਾ ਕਰਨ ਦੀ ਗੱਲ ਆ ਜਾਂਦੀ, ਤੇਰਾ ਮੂੰਹ ਨਹੀਂ ਖੁੱਲਦਾ। ਕਿਉਂ? ਬਹਾਨਾ ਆ ਤੇਰੇ ਕੋਲ, ਮੈਨੂੰ ਆਉਂਦੀ ਨਹੀਂ ਪ੍ਰਾਰਥਨਾ। ਤੈਨੂੰ ਆਉਂਦੀ ਆ ਪਰ ਤੂੰ ਬਹਾਨਾ ਲਾਉਣਾ। ਗੱਲਾਂ ਕਰਨੀਆਂ ਪਰਮੇਸ਼ਵਰ ਨਾਲ, ਗੱਲਾਂ ਕਰਨੀਆਂ ਸ਼ੁਰੂ ਕਰ। ਬੋਲ ਤੇਰੇ 'ਚ ਕੀ ਸਮਾਨ ਆ, ਕੱਢ ਬਾਹਰ। ਜਦੋਂ ਬੋਲਣਾ ਸ਼ੁਰੂ ਕਰ ਦੂੰਗਾ ਨਾ, ਤੇਰੇ 'ਚ ਆਸ਼ੀਸ਼ ਆਉਣੀ ਸ਼ੁਰੂ ਹੋ ਜਾਣੀ। ਜੋ ਤੇਰੇ 'ਚ ਹੈਗਾ, ਜੋ ਤੂੰ ਕੱਢਣਾ ਸ਼ੁਰੂ ਕਰ ਦਊਂਗਾ, ਉਹ ਤੇਰੇ 'ਚ ਬਲੈਸਿੰਗ ਆਣੀ ਸ਼ੁਰੂ ਹੋ ਜਾਣੀ। ਇਹ ਲੂਕਾ ਦੀ ਇੰਜੀਲ 11 ਅਧਿਆਇ 41 ਵਚਨ ਜਦੋਂ ਪੜ੍ਹਦੇ ਹਾਂ, ਲੂਕਾ ਦੀ ਇੰਜੀਲ 11 ਅਧਿਆਇ 41 ਵਚਨ ਜਿਹੜਾ ਉਹ ਬੜਾ ਸਪਸ਼ਟ ਹੈ ਇਸ ਗੱਲ ਦੇ ਲਈ। ਅੰਦਰਲੀਆਂ ਚੀਜ਼ਾਂ ਨੂੰ ਦਾਨ ਕਰੋ ਤਾਂ ਵੇਖੋ ਸਭ ਕੁਝ ਤੁਹਾਡੇ ਲਈ ਸ਼ੁੱਧ ਹੈ। ਅੰਦਰਲੀਆਂ ਚੀਜ਼ਾਂ ਨੂੰ ਦਾਨ ਕਰਨਾ। ਅੰਦਰਲੀਆਂ ਚੀਜ਼ਾਂ ਕਿਹਨੂੰ ਦੇਣੀਆਂ ਭਾਈ? ਪ੍ਰਭੂ ਕਹਿੰਦਾ ਹੈ ਮੇਰੇ ਪੁੱਤਰ ਆਪਣਾ ਦਿਲ ਮੈਨੂੰ ਦੇ ਦੇ। ਅੱਜ ਗੱਲ ਇਹ ਆ ਕਿ ਅੰਦਰਲੀਆਂ ਚੀਜ਼ਾਂ ਕਿਹਨੂੰ ਦੇਣੀਆਂ? ਪ੍ਰਭੂ ਨੂੰ ਦੇਣੀਆਂ। ਤੇ ਕਿੱਦਾਂ ਦੇਣੀਆਂ? ਪ੍ਰਾਰਥਨਾ ਦੇ ਦੁਆਰਾ ਬੋਲ ਕੇ, ਗੱਲਬਾਤ ਦੁਆਰਾ ਬੋਲ ਕੇ ਪ੍ਰਭੂ ਨੂੰ ਦੇਣੀਆਂ। ਅੱਜ ਗੱਲ ਇਹ, ਜਦ ਤੱਕ ਤੁਸੀਂ ਅੰਦਰਲੀਆਂ ਚੀਜ਼ਾਂ ਨੂੰ ਬਾਹਰ ਨਹੀਂ ਕੱਢਦੇ ਤਦ ਤੱਕ ਪ੍ਰੋਬਲਮ। ਜਦ ਤੱਕ ਅੰਦਰਲੀ ਚੀਜ਼ਾਂ ਨੂੰ ਸਿੱਧਾ ਬਾਹਰ ਨਹੀਂ ਕੱਢ ਦਿੰਦੇ ਤਦ ਤੱਕ ਪ੍ਰੋਬਲਮ। ਔਰ ਅੱਜ ਕਿੰਨੀ ਕਲੀਸਿਆ ਇੱਦਾਂ ਹੀ ਆ, ਕਿੰਨੇ ਲੋਕ ਇੱਦਾਂ ਹੀ ਚਰਚ ਆਉਂਦੇ ਜਾਂਦੇ ਆ, ਪਰ ਪ੍ਰਾਰਥਨਾ ਨਹੀਂ ਅਜੇ ਹੁੰਦੀ ਹੈਗੀ। ਕਿਉਂ ਨਹੀਂ ਹੁੰਦੀ? ਕਿਉਂਕਿ ਅਜੇ ਅੰਦਰਲੀਆਂ ਗੱਲਾਂ ਆਪਣੇ ਪਰਮੇਸ਼ਵਰ ਨਾਲ ਕਰਨੀਆਂ ਸ਼ੁਰੂ ਨਹੀਂ ਕੀਤੀਆਂ। ਤੇ ਅੱਜ ਮੇਰੇ ਭੈਣ ਭਰਾਓ, ਜੇ ਤੁਸੀਂ ਆਪਣੇ ਅੰਦਰਲੀਆਂ ਗੱਲਾਂ ਪ੍ਰਭੂ ਨਾਲ ਨਹੀਂ ਕਰ ਰਹੇ, ਇਹਦਾ ਮਤਲਬ ਤੁਸੀਂ ਕਪਟ ਕਰ ਰਹੇ ਹੋ ਪ੍ਰਭੂ ਦੇ ਨਾਲ, ਛਲ ਕਰ ਰਹੇ ਹੋ। ਤੁਸੀਂ ਵੀ ਅਜੇ ਉਹਨਾਂ ਸਫੇਦ ਪੋਸ਼ਾਂ ਦੀ ਤਰ੍ਹਾਂ ਜਿਹੜੇ ਵੱਡੇ ਵੱਡੇ ਚੋਗੇ ਪਾ ਕੇ ਪ੍ਰਾਰਥਨਾ ਕਰਦੇ ਆ, ਪਰ ਉਹ ਦੋ ਚਾਰ ਸ਼ਬਦ ਕਹਿਣ ਤੋਂ ਬਾਅਦ ਆਮੀਨ ਕਰ ਦਿੰਦੇ ਆ। ਕਪਟਿਆਂ, ਤੁਸੀਂ ਤੁਹਾਡੇ ਅੰਦਰ ਵੀ ਅਜੇ ਕਪਟਿਆ। ਜੇਕਰ ਅਜੇ ਠੀਕ ਆਪਣੀਆਂ ਗੱਲਾਂ ਬਾਹਰ ਨਹੀਂ ਕੱਢੀਆਂ ਜਾਣ ਲੱਗੀਆਂ, ਅੱਜ ਬੇਨਤੀ ਆਪਣੀਆਂ ਸਾਰੀਆਂ ਗੱਲਾਂ ਬਾਹਰ ਕੱਢ ਦਿਓ ਯਿਸੂ ਦੇ ਸਾਹਮਣੇ ਨਾਲ। ਜੋ ਤੁਸੀਂ ਆਪਣੀਆਂ ਸਾਰੀਆਂ ਗੱਲਾਂ ਬਾਹਰ ਕੱਢੋਗੇ, ਤੁਹਾਡਾ ਪਰਮੇਸ਼ਵਰ ਤੁਹਾਡੇ ਅੰਦਰ ਆਪਣਾ ਅਭਿਸ਼ੇਕ ਭੇਜੂਗਾ, ਆਪਣਾ ਮਸਾ ਭੇਜੂਗਾ, ਆਪਣੀ ਸਾਮਤ ਭੇਜੂਗਾ, ਆਪਣਾ ਰੂਪ ਭੇਜੂਗਾ, ਆਪਣਾ ਸਭ ਕੁਝ ਤੁਹਾਡੇ ਅੰਦਰ ਪਾਊਗਾ। ਤਾਂ ਜੇ ਅੰਦਰੋਂ ਗੱਲਾਂ ਆਈਆਂ ਹੀ ਨਹੀਂ, ਫਿਰ ਪ੍ਰੋਬਲਮ ਹੈ। ਇਸ ਲਈ ਅੱਜ ਬੇਨਤੀ ਹੈ, ਅੱਜ ਬੇਨਤੀ ਹੈ, ਇਸ ਗੱਲ ਨੂੰ ਸਮਝ ਲਓ ਕਿ ਮੈਂ ਅੱਜ ਕਿੱਦਾਂ ਪ੍ਰਾਰਥਨਾ ਕਰਨੀ ਹੈ। ਜਦੋਂ ਅਸੀਂ ਹੰਨਾ ਦੀ ਪ੍ਰਾਰਥਨਾ ਨੂੰ ਪੜ੍ਹਦੇ ਹਾਂ, ਸੈਮੂਅਲ ਦੇ ਪਹਿਲਾ ਸੈਮੂਅਲ ਪਹਿਲਾ ਅਧਿਆਇ ਇੱਕ ਵਾਰੀ ਖੋਲਾਂਗੇ। ਇਸ ਪ੍ਰਾਰਥਨਾ ਨੂੰ ਤੁਸੀਂ ਹੋ ਸਕਦਾ ਕਈ ਵਾਰੀ ਪੜ੍ਹਿਆ ਹੋਵੇ, ਕਈ ਵਾਰੀ ਇਸ ਵਿਸ਼ੇ ਤੇ ਪ੍ਰਚਾਰ ਸੁਣਿਆ ਹੋਵੇ, ਪਰ ਇਹਦੇ 10ਵੇਂ ਵਚਨ ਤੋਂ ਜਦੋਂ ਅਸੀਂ 16 ਵਚਨ ਤੱਕ ਪੜ੍ਹਦੇ ਹਾਂ, ਇੱਥੇ ਵਰਣਨ ਹੈ, ਅਤੇ ਉਹਦਾ ਮਨ ਬਹੁਤ ਉਦਾਸ ਹੋਇਆ, ਸੋ ਉਹਨੇ ਯਹੋਵਾ ਦੇ ਅੱਗੇ ਬੇਨਤੀ ਕੀਤੀ ਤੇ ਭੁੱਬਾਂ ਮਾਰ ਰੋਈ। ਇੱਥੇ ਦੇਖੋ, ਹੰਨਾ ਪ੍ਰਾਰਥਨਾ ਕਰਨ ਦੇ ਲਈ ਗਈ ਹੈ, ਉਹਦਾ ਮਨ ਬੜਾ ਉਦਾਸ ਹੈ ਕਿਉਂਕਿ ਉਹਦੇ ਬੱਚਾ ਨਹੀਂ ਹੈਗਾ, ਉਹਦੇ ਹਸਬੈਂਡ ਨੇ ਸੈਕੰਡ ਮੈਰਿਜ ਕੀਤੀ ਹੋਈ ਹੈ। ਔਰ ਹੁਣ ਜਿਹੜੀ ਇਹ ਗੱਲ ਆ, ਉਹ ਬੜੀ ਇੱਕਦਮ ਉਦਾਸ ਹੋ ਗਈ, ਬੜੀ ਉਦਾਸ ਹੋ ਗਈ। ਜਦੋਂ ਬੜੀ ਉਦਾਸ ਹੋ ਗਈ, ਇਸ ਤੋਂ ਪਹਿਲਾਂ ਵੀ ਉਦਾਸ ਸੀਗੀ, ਪਰ ਅੱਜ ਬਾਹਲੀ ਹੋ ਗਈ। ਅੱਜ ਕਿਤੇ ਉਹਨੂੰ ਪ੍ਰਭੂ ਦੀ ਕਿਰਪਾ ਨਾਲ ਇਹ ਗੱਲ ਦੀ ਸਮਝ ਲੱਗ ਗਈ ਵੀ ਅੱਜ ਮੈਂ ਖੁਦਾ ਨਾਲ ਗੱਲ ਕਰਨੀ ਹੈ ਜਾ ਕੇ ਸਾਰੀ। ਪਹਿਲਾਂ ਵੀ ਜਾਂਦੀ ਸੀ, ਪਰ ਇਸ ਲੈਵਲ ਤੱਕ ਨਹੀਂ ਸੀ ਜਾਂਦੀ। ਇਸ ਸਮੇਂ ਤੋਂ ਪਹਿਲਾਂ ਵੀ ਤੁਸੀਂ ਕਈ ਵਾਰੀ ਪ੍ਰਾਰਥਨਾ ਕਰਦੇ ਹੀ ਆ, ਇਹ ਨਹੀਂ ਤੁਸੀਂ ਪ੍ਰਾਰਥਨਾ ਨਹੀਂ ਕਰਦੇ, ਤੁਸੀਂ ਕਰਦੇ ਆ। ਪਰ ਇਹ ਜਿਹੜੀ ਗੱਲ ਆ, ਹੰਨਾ ਵੀ ਏਦਾਂ ਕਈ ਵਾਰੀ ਪ੍ਰਾਰਥਨਾ ਕਰਦੀ ਸੀ, ਪਰ ਏਦਾਂ ਨਹੀਂ ਸੀ ਜਿੱਦਾਂ ਅੱਜ ਕਰਨ ਲੱਗੀ ਹੈ। ਅੱਜ ਉਹਦਾ ਮਨ ਜਿਹੜਾ ਉਦਾਸ ਬੜਾ ਹੋ ਗਿਆ, ਬੜੀ ਉਦਾਸੀ ਛਾ ਗਈ। ਜਦੋਂ ਉਦਾਸੀ ਛਾ ਗਈ ਤੇ ਉਹ ਪਰਮੇਸ਼ਵਰ ਦੇ ਅੱਗੇ ਬੇਨਤੀ ਕਰਦੀ ਆ ਤੇ ਭੁੱਬਾਂ ਮਾਰ ਰੋਂਦੀ ਆ। ਅੱਜ ਪ੍ਰਭੂ ਦੇ ਬੱਚਿਓ, ਪ੍ਰਾਰਥਨਾ ਜੇਕਰ ਕਿਤੇ ਏਦਾਂ ਸ਼ੁਰੂ ਹੋ ਜਾਵੇ ਤਾਂ ਫਿਰ ਤਾਂ ਗੱਲ ਹੀ ਬਣ। ਜੇ ਏਦਾਂ ਸ਼ੁਰੂ ਹੋ ਜਾਵੇ ਫਿਰ ਗੱਲ ਹੀ ਬਣ। ਅੱਜ ਇਹ ਗੱਲ ਨੂੰ ਠੀਕ ਸਮਝ ਜਾਓ ਕਿ ਜਦੋਂ ਅਸੀਂ ਪ੍ਰਭੂ ਯਿਸੂ ਦੇ ਸਾਮਰਥੀ ਨਾਮ ਵਿੱਚ ਚੱਲਦੇ ਹਾਂ, ਸਾਡੀ ਪ੍ਰਾਰਥਨਾ ਕਿੱਥੋਂ ਸ਼ੁਰੂ ਹੋਣੀ ਚਾਹੀਦੀ ਹੈ? ਜਿੱਥੇ ਅਸੀਂ ਹੈਗੇ ਹਾਂ ਉੱਥੋਂ। ਕੋਈ ਭੈਣ ਭਰਾ ਪੁੱਛਦੇ ਕਿੱਥੋਂ ਸ਼ੁਰੂ ਕਰਾਂ? ਜਿੱਥੇ ਹੈਗਾ ਉੱਥੋਂ ਸ਼ੁਰੂ ਕਰ। ਇਹਦਾ ਮਤਲਬ ਆ ਜੋ ਹੈਗਾ ਉਹ ਬੋਲ ਪਹਿਲਾਂ। ਅਗਰ ਤੁਸੀਂ ਕਿਤੇ ਵੀ ਜਾਣਾ ਆ ਤੇ ਕਿੱਥੋਂ ਯਾਤਰਾ ਸ਼ੁਰੂ ਕਰੋਗੇ? ਜਿੱਥੇ ਤੁਸੀਂ ਹੋ ਉੱਥੋਂ ਹੀ ਤੁਹਾਡੀ ਯਾਤਰਾ ਸ਼ੁਰੂ ਹੋਵੇਗੀ। ਇੱਕ ਕਦਮ ਵੀ ਜੇਕਰ ਤੁਸੀਂ ਉੱਥੋਂ ਨਹੀਂ ਪੁੱਟਦੇ
ਤਾਂ ਤੁਹਾਡੀ ਯਾਤਰਾ ਦਾ ਆਰੰਭ ਨਹੀਂ ਹੋ ਸਕਦਾ। ਭਾਵੇਂ ਤੁਹਾਡੇ ਕੋਲ ਟਿਕਟ ਹਵਾਈ ਜਹਾਜ਼ ਦੀ ਹੋਵੇ, ਟਿਕਟ ਤੁਹਾਡੇ ਕੋਲ ਟ੍ਰੇਨ ਦੀ ਹੋਵੇ, ਟਿਕਟ ਤੁਹਾਡੇ ਕੋਲ ਬਾਈ ਬੱਸ ਹੋਵੇ ਪਹਿਲਾਂ ਹੀ ਬੁੱਕ ਕਰਾਈ ਹੋਈ, ਪਰ ਜੇਕਰ ਤੁਸੀਂ ਘਰੋਂ ਨਹੀਂ ਤੁਰਦੇ, ਚਾਹੇ ਪੈਦਲ ਜਾਓਗੇ, ਚਾਹੇ ਗੱਡੀ ਮੋਟਰ ਤੇ ਜਾਓਗੇ, ਚਾਹੇ ਮੋਟਰਸਾਈਕਲ ਤੇ ਜਾਓਗੇ, ਜਿਸ ਵੀ ਚੀਜ਼ ਤੇ ਜਾਓਗੇ, ਤੁਹਾਨੂੰ ਆਪਣੇ ਉਸ ਸਥਾਨ ਤੋਂ ਜਿੱਥੋਂ ਤੁਸੀਂ ਸੋਚਿਆ ਆ ਜਾਣ ਦਾ, ਉੱਥੋਂ ਤੁਹਾਨੂੰ ਕਦਮ ਪੁੱਟਣੇ ਪੈਣੇ। ਤੇ ਅੱਜ ਮੇਰੇ ਭੈਣ ਭਰਾ, ਤੁਸੀਂ ਕਿੱਥੋਂ ਯਾਤਰਾ ਸ਼ੁਰੂ ਕਰਨੀ ਚਾਹੁੰਦੇ? ਤੁਹਾਡੇ ਦਿਮਾਗ 'ਚ ਤਾਂ ਹਵਾਈ ਜਹਾਜ਼ ਆ, 에ਅਰਪੋਰਟ ਆ ਤੁਹਾਡੇ ਦਿਮਾਗ 'ਚ। ਆ ਜਿਹੜਾ ਦਿੱਲੀ ਨੂੰ ਜਾਣ ਲਈ 7 ਘੰਟੇ ਲੱਗਣੇ, 8 ਘੰਟੇ ਲੱਗਣੇ, 9 ਘੰਟੇ ਲੱਗਣੇ, ਇਹ ਤੁਹਾਡੇ ਦਿਮਾਗ 'ਚ ਨਹੀਂ ਹੈਗੇ। ਉਸ ਤੋਂ ਪਹਿਲਾਂ ਜਿਹੜਾ ਘਰ ਤੁਹਾਡਾ ਟਾਈਮ ਲੱਗਣਾ, ਤੁਸੀਂ ਕਿੰਨੀ ਤਿਆਰੀ ਕਰਨੀ, ਇਹ ਤੁਹਾਡੇ ਦਿਮਾਗ 'ਚ ਨਹੀਂ ਹੈਗਾ। ਨਾ ਕਰਿਓ ਆ ਕੁਝ ਵੀ ਜੋ ਤੁਸੀਂ ਸ਼ੁਰੂ 'ਚ ਕਰਨਾ ਹੈ। ਕਿੱਦਾਂ 에ਅਰਪੋਰਟ ਪਹੁੰਚ ਜੂਗੇ? ਨਹੀਂ ਪਹੁੰਚ ਸਕਦੇ। ਬੱਸ ਸਟੈਂਡ ਪਹੁੰਚਣਾ ਆ, ਤੁਹਾਡੇ ਦਿਮਾਗ 'ਚ ਤਾਂ ਬੱਸ ਆ ਕਿੰਨੇ ਵਜੇ ਤੁਰਨੀ ਹੈ, ਪਰ ਗੱਲ ਆ ਘਰੋਂ ਤੁਰੂੰਗੇ ਤਾਂ ਬੱਸ ਸਟੈਂਡ ਪਹੁੰਚੂਗੇ। ਜੇ ਘਰੋਂ ਹੀ ਨਹੀਂ ਤੁਰਦੇ ਭਾਈ, ਕਿੱਥੋਂ ਪਹੁੰਚ ਜੂਗੇ? ਦੱਸੋ ਕਿੱਥੋਂ ਪਹੁੰਚ ਜੂਗੇ? ਅੱਜ ਬੇਨਤੀ ਇਸ ਗੱਲ ਨੂੰ ਸਮਝ ਜਾਓ, ਇਸ ਗੱਲ ਨੂੰ ਸਮਝ ਜਾਓ, ਬੇਨਤੀ ਇਸ ਗੱਲ ਨੂੰ ਸਮਝ ਜਾਓ ਕਿ ਜਿੱਥੇ ਹੋ ਉੱਥੋਂ ਹੀ ਯਾਤਰਾ ਦਾ ਆਰੰਭ ਹੋਵੇਗਾ। ਪ੍ਰਾਰਥਨਾ ਕਿੱਥੋਂ ਸ਼ੁਰੂ ਹੋਵੇਗੀ? ਜਿੱਥੇ ਹੋ ਉੱਥੋਂ ਹੀ। ਜਿੱਦਾਂ ਦੇ ਹੋ ਉਦਾਂ ਦੇ ਤੋਂ ਪ੍ਰਾਰਥਨਾ ਸ਼ੁਰੂ ਹੋਵੇਗੀ। ਜਿੱਦਾਂ ਦੇ ਹੋ ਉਦਾਂ ਦੇ ਤੋਂ। ਇਸ ਲਈ ਜਿੱਦਾਂ ਦੇ ਵੀ ਹੋ, ਜਿੱਦਾਂ ਦੇ ਹੋ ਉਦਾਂ ਦੀ ਪ੍ਰਾਰਥਨਾ ਕਰਨੀ ਸ਼ੁਰੂ ਕਰੋ। ਅਗਰ ਤੁਸੀਂ ਜਿੱਦਾਂ ਦੇ ਹੋ ਉਦਾਂ ਦੀ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ, ਵਾਰੇ ਨਿਆਰੇ ਹੋ ਜਾਣਗੇ, ਵਾਰੇ ਨਿਆਰੇ ਹੋ ਜਾਣਗੇ। ਪ੍ਰਾਰਥਨਾ ਤੁਹਾਡੀ ਬਦਲਦੀ ਜਾਊਗੀ। ਜਿੱਦਾਂ ਤੁਹਾਡੀ ਜ਼ਿੰਦਗੀ ਬਦਲਦੀ ਜਾਊਗੀ, ਤੁਹਾਡੀ ਪ੍ਰਾਰਥਨਾ ਬਦਲਦੀ ਜਾਊਗੀ। ਤੁਹਾਡੀ ਪ੍ਰਾਰਥਨਾ ਦਾ ਲੈਵਲ ਉੱਚਾ ਹੁੰਦਾ ਜਾਏਗਾ। ਪਰ ਅੱਜ ਤੁਸੀਂ ਜਿੱਥੇ ਹੋ, ਅੱਜ ਤੁਹਾਨੂੰ ਇੱਥੋਂ ਹੀ ਸ਼ੁਰੂ ਕਰਨੀ ਪੈਣੀ ਹੈ। ਔਰ ਹਰ ਰੋਜ਼ ਜਿੱਥੇ ਹੁੰਦੇ ਹੋ ਉੱਥੋਂ ਹੀ ਸ਼ੁਰੂ ਕਰਨੀ ਪੈਣੀ ਹੈ। ਅਗਰ ਨਹੀਂ ਠੀਕ ਤਾਂ ਪ੍ਰਭੂ ਨੂੰ ਕਹੋ, ਪ੍ਰਭੂ ਮੈਂ ਅੱਜ ਠੀਕ ਨਹੀਂ ਹੈਗਾ, ਪਲੀਜ਼ ਮੈਨੂੰ ਦੇਖ, ਤੂੰ ਮੈਨੂੰ ਜਾਣਦਾ ਹੈ। ਕਿਉਂਕਿ ਅਸੀਂ ਪ੍ਰਾਰਥਨਾ ਇਸ ਤਰੀਕੇ ਨਾਲ ਨਹੀਂ ਕਰ ਰਹੇ ਕਿ ਸਾਡਾ ਪ੍ਰਭੂ ਸਾਨੂੰ ਜਾਣਦਾ ਨਹੀਂ ਹੈਗਾ, ਕਿਉਂਕਿ ਇੱਥੇ ਪ੍ਰਭੂ ਨੇ ਕਿਹਾ ਉਹ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ। ਇਹਦਾ ਮਤਲਬ ਇਹ ਨਹੀਂ ਕਿ ਮੰਗਣ ਦੀ ਲੋੜ ਨਹੀਂ ਹੈਗੀ। ਇਹਦਾ ਮਤਲਬ ਇਹ ਆ, ਕਿਉਂਕਿ ਯਿਸੂ ਮਸੀਹ ਨੇ ਮੱਤੀ 7:7 ਵਿੱਚ ਕਿਹਾ, ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇ। ਜਿਹੜਾ 6ਵਾਂ ਅਧਿਆਇ ਦਾ ਆਖਰੀ ਵਚਨ ਆ, ਪ੍ਰਭੂ ਨੇ ਕਿਹਾ ਉਹਦੇ ਰਾਜ ਦੇ ਧਰਮ ਨੂੰ ਭਾਲੋ, ਦੁਨੀਆ ਸਾਰੀਆਂ ਵਸਤੂਆਂ ਤੁਹਾਨੂੰ ਦਿੱਤੀਆਂ ਜਾਏਗੀ। ਸੈਕੰਡ ਲਾਸਟ ਵਚਨ ਇਹ ਹੈਗਾ, ਜੋ ਤੁਸੀਂ ਉਹਦੇ ਰਾਜ ਦੇ ਧਰਮ ਨੂੰ ਭਾਲੋਗੇ, ਦੁਨੀਆ ਸਾਰੀਆਂ ਵਸਤੂਆਂ ਤੁਹਾਨੂੰ ਦਿੱਤੀਆਂ ਜਾਊਗੀਆਂ। ਦੇਖੋ, ਇੱਕ ਅਵਸਥਾ ਉਹ ਹੈਗੀ ਆ ਜਦੋਂ ਤੁਸੀਂ ਪੂਰੇ ਪ੍ਰਭੂ ਵਰਗੇ ਬਣ ਜਾਣਾ, ਪਰ ਤੁਹਾਨੂੰ ਮੰਗਣਾ ਨਹੀਂ ਪੈਣਾ ਹੈਗਾ, ਫਿਰ ਤੁਸੀਂ ਕੇਵਲ ਉਹਦੀ ਪ੍ਰੈਜ਼ੈਂਸ ਵਿੱਚ ਰਹਿਣਾ। ਮੈਂ ਇਸ ਕਰਕੇ ਤੁਹਾਨੂੰ ਕਹਿੰਦਾ, ਤੁਹਾਡੀ ਪ੍ਰਾਰਥਨਾ ਬਦਲਦੀ ਜਾਊਗੀ, ਤੁਹਾਡੀ ਪ੍ਰਾਰਥਨਾ ਵਿਕਸਿਤ ਹੁੰਦੀ ਜਾਊਗੀ। ਜਿੱਦਾਂ ਤੁਹਾਡਾ ਆਤਮਿਕ ਜੀਵਨ ਵਿਕਸਿਤ ਹੁੰਦਾ ਜਾਊਗਾ, ਏਦਾਂ ਤੁਹਾਡੀ ਪ੍ਰਾਰਥਨਾ ਵਿਕਸਿਤ ਹੁੰਦੀ ਜਾਊਗੀ। ਤੁਹਾਡੀ ਪ੍ਰਾਰਥਨਾ ਹੋਰ ਅਪਗ੍ਰੇਡ, ਹੋਰ ਉੱਚੀ ਹੁੰਦੀ ਜਾਊਗੀ। ਪਰ ਗੱਲ ਇਹ ਆ, ਜਿੱਥੇ ਹੋ ਸ਼ੁਰੂ ਇੱਥੋਂ ਹੀ ਹੋਵੇ। ਹਰ ਰੋਜ਼ ਜਿੱਥੇ ਹੋ ਉੱਥੋਂ ਹੀ ਸ਼ੁਰੂ ਹੋਵੇਗਾ। ਹਰ ਰੋਜ਼ ਜਿੱਥੇ ਹੋ ਉੱਥੋਂ ਹੀ ਸ਼ੁਰੂ ਹੋਵੇਗਾ। ਇਸ ਲਈ ਬੇਨਤੀ ਹੈ, ਜਦੋਂ ਹਰ ਰੋਜ਼ ਜਿੱਥੇ ਉੱਥੋਂ ਹੀ ਸ਼ੁਰੂ ਹੋਵੇਗਾ, ਤਾਂ ਫਿਰ ਸ਼ੁਰੂ ਕਰੋ ਉੱਥੋਂ ਜਿੱਥੇ ਹੋ, ਕਿਸੇ ਹੋਰ ਜਗ੍ਹਾ ਤੋਂ ਸ਼ੁਰੂ ਨਾ ਕਰੋ। ਹੰਨਾ ਪਹਿਲਾਂ ਪਤਾ ਨਹੀਂ ਕਿੱਥੋਂ ਪ੍ਰਾਰਥਨਾ ਸ਼ੁਰੂ ਕਰਦੀ ਸੀ, ਪਰ ਅੱਜ ਉਹਨੇ ਉੱਥੋਂ ਸ਼ੁਰੂ ਕੀਤੀ ਜਿੱਥੇ ਉਹ ਸੀ। ਅੱਜ ਉਹਨੇ ਉੱਥੋਂ ਪ੍ਰਾਰਥਨਾ ਸ਼ੁਰੂ ਕੀਤੀ ਜਿੱਥੇ ਉਹ ਸੀ। ਉਹ ਕਿੱਥੇ ਸੀ? ਉਹ ਉਦਾਸੀ ਵਿੱਚ ਸੀ। ਬਹੁਤ ਸਾਰੇ ਇੰਨੇ ਉਦਾਸ ਹੋ ਗਏ ਕਿ ਰੋਣਾ ਆਉਣੋਂ ਵੀ ਹਟ ਗਿਆ। ਬੇਨਤੀ ਇਸ ਗੱਲ ਨੂੰ ਸੁਣਿਓ ਧਿਆਨ ਨਾਲ। ਬਹੁਤ ਸਾਰੇ ਇੰਨੇ ਗਹਿਰੇ ਉਦਾਸ ਹੋ ਗਏ ਕਿ ਰੋਣਾ ਆਉਣੋਂ ਵੀ ਹਟ ਗਿਆ। ਕਈ ਇੰਨੇ ਉਦਾਸ ਹੋ ਗਏ ਆ ਕਿ ਬੋਲਣੋਂ ਵੀ ਹਟ ਗਏ। ਜਿਹੜਾ ਡਿਪਰੈਸ਼ਨ ਵਾਲੇ ਵਿਅਕਤੀ ਨੂੰ ਜਾ ਕੇ ਤੁਸੀਂ ਪੁੱਛੋ, 20 ਗੱਲਾਂ ਬੋਲਣ ਤੋਂ ਬਾਅਦ ਉਹਨੇ ਇੱਕ ਜਵਾਬ ਦੇਣਾ। ਤੁਸੀਂ 20 ਗੱਲਾਂ ਪੁੱਛੋਗੇ, ਉਹਨੇ ਹੌਲੀ ਦੇਣਾ ਇੱਕ ਬੋਲਣੀ ਹੈ। ਕਿਉਂ ਨਹੀਂ ਬੋਲਦਾ? ਕੋਈ ਰਿਐਕਸ਼ਨ ਕਿਉਂ ਨਹੀਂ ਕਰਦਾ? ਉਹਦੇ ਅੰਦਰ ਇਦਾਂ ਮੇਰੇ ਹੁਣ ਕਰਨਾ ਕੁਝ ਨਹੀਂ ਹੋਣਾ ਹੈਗਾ, ਬਸ ਹੈਗਾ, ਬਸ ਗੱਲ ਕੱਲ ਖਤਮ ਹੀ ਆ, ਹੁਣ ਕੁਝ ਨਹੀਂ ਹੈਗਾ, ਐਵੇਂ ਤੱਕ ਲੱਗੇ ਹੋਏ। ਅੱਜ ਬੇਨਤੀ ਆ ਪ੍ਰਭੂ ਦੇ ਬੱਚਿਓ, ਤੁਹਾਡੇ ਵਿੱਚੋਂ ਵੀ ਕਈਆਂ ਨੂੰ ਸ਼ੈਤਾਨ ਨੇ ਇਹੀ ਕਿਹਾ, ਤੇਰਾ ਹੁਣ ਕੁਝ ਨਹੀਂ ਬਣਨਾ, ਤੈਨੂੰ ਕੀ ਲੋੜ ਹੈ ਕਿਸੇ ਨਾਲ ਆਪਣਾ ਦਰਦ ਸਾਂਝਾ ਕਰਨ ਦੀ, ਕਿਸੇ ਨਹੀਂ ਸੁਣਨੀ ਤੇਰੀ। ਸ਼ੈਤਾਨ ਬੜਾ ਕਲੀਅਰ ਹੈ ਬੋਲਦਾ ਕਿ ਤੇਰੀ ਕਿਸੇ ਨਹੀਂ ਸੁਣਨੀ। ਅੱਗੇ ਤੋਂ ਇੰਨੀ ਵਾਰੀ ਦੱਸਿਆ ਹੀ ਆ, ਕਿਹਨੇ ਸੁਣ ਲਈ? ਤੂੰ ਅੱਗੇ ਇੰਨੀ ਵਾਰੀ ਪ੍ਰਾਰਥਨਾ ਕੀਤੀ, ਕਿਹਨੇ ਸੁਣ ਲਈ? ਹਨਾ ਨਹੀਂ ਪਹਿਲਾਂ ਕਿਹੜੀ ਨਹੀਂ ਪ੍ਰਾਰਥਨਾ ਕੀਤੀ ਹੋਊਗੀ, ਪਰ ਗੱਲ ਇਹ ਆ ਵੀ ਜਿੱਦਾਂ ਦੀ ਪ੍ਰਭੂ ਨੂੰ ਚਾਹੀਦੀ ਸੀ ਉਦਾਂ ਦੀ ਨਹੀਂ ਕੀਤੀ ਸੀ। ਔਰ ਅੱਜ ਜਦੋਂ ਉਹਨੇ ਸ਼ੁਰੂ ਕੀਤੀ ਨਾ, ਉੱਥੋਂ ਕਰ ਲਈ
ਜਿੱਥੋਂ ਕਰਨੀ ਚਾਹੀਦੀ ਸੀ। ਉਦਾਸ ਬੜੀ ਸੀ, ਪਰ ਉਸ ਉਦਾਸੀ ਦੇ ਵਿੱਚ ਜਾ ਕੇ ਅੱਜ ਉਹ 'ਚ ਇੱਕ ਹਿੰਮਤ ਆ ਗਈ, ਭੁੱਬਾਂ ਮਾਰ ਮਾਰ ਰੋਣ ਲੱਗ ਗਈ। ਅੱਜ ਗੱਲ ਇਹ ਆ, ਇੱਕ ਸਮਾਂ ਇੱਦਾਂ ਦਾ ਆਉਂਦਾ ਜਦੋਂ ਬੰਦੇ 'ਚ ਬੜਾ ਦਰਦ ਹੁੰਦਾ, ਬੜੀ ਪੀੜਾ ਹੁੰਦੀ, ਕੋਈ ਉਹਦਾ ਪਿਆਰਾ ਉਹਨੂੰ ਮਿਲਣ ਵਾਸਤੇ ਆਉਂਦਾ ਨਾ, ਉਹਦੇ ਗਲ ਲੱਗ ਕੇ ਬੜਾ ਰੋਂਦਾ ਹੈ, ਭੁੱਬਾਂ ਮਾਰ ਮਾਰ ਕੇ ਰੋਂਦਾ। ਜਦੋਂ ਮਰੀਅਮ ਮਾਰਥਾ ਦੇ ਕੋਲ ਯਿਸੂ ਮਸੀਹ ਗਿਆ, ਲਾਜ਼ਰ ਮਰ ਚੁੱਕਾ ਸੀ, ਉਹਦਾ ਭਰਾ, ਬੜੀਆਂ ਰੋਈਆਂ ਪ੍ਰਭੂ ਦੇ ਗਲ ਲੱਗ ਕੇ, ਔਰ ਪ੍ਰਭੂ ਵੀ ਰੋਇਆ। ਏਦਾਂ ਹੁੰਦਾ ਮੇਰੇ ਭੈਣ ਭਰਾਓ, ਤੁਹਾਡਾ ਰੋਣਾ, ਤੁਹਾਡੀਆਂ ਭੁੱਬਾਂ ਤੁਹਾਡੇ ਪ੍ਰਭੂ ਨੂੰ ਮਜਬੂਰ ਕਰ ਦੋਗੀਆਂ ਆਂਸੂ ਬਹਾਉਣ ਤੇ, ਉਹਨੂੰ ਮਜਬੂਰ ਕਰ ਦੋਗੀਆਂ ਪਿਆਰ ਨਾਲ ਭਰਨ ਤੇ, ਉਹਨੂੰ ਮਜਬੂਰ ਕਰ ਦੋਗੀਆਂ ਤੁਹਾਡਾ ਮਸਲਾ ਹੱਲ ਕਰਨ ਤੇ, ਉਹਨੂੰ ਮਜਬੂਰ ਕਰ ਦੂਗੀਆਂ ਤੁਹਾਡੀ ਅਵਸਥਾ ਬਦਲਣ ਤੇ। ਪਰ ਤੁਸੀਂ ਏਦਾਂ ਤਾਂ ਆਉਂਦੇ ਹੀ ਨਹੀਂ ਉਹਦੇ ਅੱਗੇ। ਯਿਸੂ ਰੋਇਆ, ਉਦੋਂ ਰੋਇਆ ਜਦੋਂ ਮਰੀਅਮ ਮਾਤਾ ਰੋ ਰਹੀ ਸੀ, ਸਿਆਣੇ ਸਿਆਣੇ ਬਜ਼ੁਰਗ ਬੰਦੇ ਰੋ ਰਹੇ ਸੀ। ਪਰ ਜਦੋਂ ਯਿਸੂ ਰੋਇਆ, ਉਹ ਕਹਿੰਦੇ ਇੰਨਾ ਪਿਆਰ ਕਰਦਾ ਯਿਸੂ ਨਾਲ। ਅੱਜ ਮੇਰੇ ਭੈਣ ਭਰਾ ਸੁਣ ਲਓ, ਤੁਹਾਡਾ ਯਿਸੂ ਤੁਹਾਨੂੰ ਇੰਨਾ ਪਿਆਰ ਕਰਦਾ ਹੈ ਜਿਹਦਾ ਤੁਹਾਨੂੰ ਹਿਸਾਬ ਕਿਤਾਬ ਹੀ ਨਹੀਂ ਹੈਗਾ, ਜਿਹਦਾ ਤੁਹਾਨੂੰ ਬਿਲਕੁਲ ਹਿਸਾਬ ਕਿਤਾਬ ਨਹੀਂ ਹੈਗਾ, ਜਿਹਦੇ ਬਾਰੇ ਤੁਹਾਨੂੰ ਆਈਡੀਆ ਹੀ ਨਹੀਂ ਹੈਗਾ ਕਿ ਇੰਨਾ ਪਿਆਰ ਕਰਦਾ ਹੈ। ਕਿਉਂਕਿ ਉਸ ਪਿਆਰ ਵਿੱਚ ਅਸੀਂ ਹੈ ਹੀ ਨਹੀਂ, ਸਾਨੂੰ ਕਿਤੋਂ ਪਤਾ ਲੱਗੇਗਾ ਉਸ ਪਿਆਰ ਦਾ। ਇਸ ਕਰਕੇ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਕਿ ਜੇਕਰ ਸਾਡਾ ਲੈਵਲ ਉਹ ਨਹੀਂ ਹੈਗਾ ਜਿਹੜਾ ਪ੍ਰਭੂ ਦਾ ਲੈਵਲ ਹੈ, ਤਾਂ ਕਿੱਥੋਂ ਅਸੀਂ ਉਹਦੀ ਗੱਲ ਸਿੱਖ ਜਾਵਾਂਗੇ, ਕਿੱਥੋਂ ਸਮਝ ਜਾਵਾਂਗੇ। ਇਹ ਪ੍ਰਭੂ ਕੁਝ ਹੋਰ ਕਹਿੰਦਾ, ਅਸੀਂ ਕੁਝ ਹੋਰ ਅਰਥ ਕੱਢਦੇ। ਕਿਉਂ? ਕਿਉਂਕਿ ਅਸੀਂ ਉਹਦੇ ਲੈਵਲ ਤੇ ਨਹੀਂ ਹੈਗੇ। ਜੇ ਅਸੀਂ ਉਹਦੇ ਲੈਵਲ ਤੇ ਹੋਈਏ ਤਾਂ ਅਸੀਂ ਠੀਕ ਉਹੀ ਅਰਥ ਕੱਢੀਏ ਜੋ ਪ੍ਰਭੂ ਕੱਢਦਾ ਹੈ। ਜੋ ਪ੍ਰਭੂ ਬੋਲਦਾ ਫਿਰ ਅਸੀਂ ਠੀਕ ਉਹੀ ਸਿੱਖੀਏ। ਪ੍ਰਭੂ ਕੁਛ ਹੋਰ ਬੋਲਦਾ, ਚੇਲੇ ਕੁਛ ਹੋਰ ਉਹਦਾ ਅਰਥ ਕੱਢਦੇ ਸੀ। ਪ੍ਰਭੂ ਨੇ ਕਿਹਾ ਤੁਸੀਂ ਵੀ ਇੰਨੇ ਨਿਰਬੁੱਧ ਹੈ, ਤੁਹਾਨੂੰ ਪਤਾ ਹੀ ਲੱਗਦਾ ਮੈਂ ਕੀ ਕਹਿੰਦਾ ਹੈ? ਨਹੀਂ ਪਤਾ ਲੱਗਦਾ, ਕੀ ਕਰਨਾ। ਅੱਜ ਮੇਰੇ ਭੈਣ ਭਰਾ, ਇੱਥੇ ਬਹੁਤ ਸਾਰੇ ਲੋਕ ਏਦਾਂ ਜਿਹਨਾਂ ਨੂੰ ਪਤਾ ਹੀ ਲੱਗਦਾ ਪ੍ਰਭੂ ਕੀ ਕਹਿੰਦਾ ਹੈ, ਉਹ ਗਲਤ ਅਰਥ ਕੱਢ ਕੇ ਪ੍ਰੋਬਲਮ 'ਚ ਪਏ ਹੋਏ ਆ। ਪਰ ਬੇਨਤੀ ਆ, ਅੱਜ ਤੱਕ ਜੋ ਹੋ ਗਿਆ ਸੋ ਹੋ ਗਿਆ, ਪਰ ਅੱਜ ਬਦਲ ਦੋ ਯਿਸੂ ਦੇ ਨਾਮ ਦੇ ਸਾਰੇ ਸਿਸਟਮ ਨੂੰ। ਠੀਕ ਕਰ ਦੋ, ਠੀਕ ਉਹ ਬੋਲਣਾ ਸ਼ੁਰੂ ਕਰੋ ਜੋ ਤੁਸੀਂ ਹੋ। ਹੰਨਾ ਨੇ ਉਹ ਕੀਤਾ ਜੋ ਉਹ ਸੀ। ਬਹੁਤ ਸਾਰੇ ਇੰਨੇ ਉਦਾਸ ਆ ਕੇ ਬੋਲਦੇ ਨਹੀਂ ਹੈਗੇ। ਪਲੀਜ਼ ਪਰਮੇਸ਼ਰ ਨਾਲ ਬੋਲਣਾ ਸ਼ੁਰੂ ਕਰੋ। ਬਹੁਤ ਸਾਰੇ ਇੰਨੇ ਉਦਾਸ ਆ ਕਿ ਉਹਨੂੰ ਰੋਣਾ ਵੀ ਨਹੀਂ ਆਉਂਦਾ, ਅੰਦਰ ਪੱਥਰ ਜਿਹਾ ਬਣ ਗਏ ਆ। ਇਹ ਗੱਲ ਤੁਹਾਨੂੰ ਦੱਸਦਾ, ਜਦੋਂ ਕੋਈ ਬਹੁਤ ਹੀ ਜਾਨਸ਼ੀਨ ਦੀ ਡੈਥ ਹੋ ਜਾਂਦੀ ਹੈ, ਮਰ ਜਾਂਦਾ ਹੈ, ਬੜਾ ਪਿਆਰਾ ਮਰ ਜਾਂਦਾ ਹੈ, ਕਈ ਤਾਂ ਰੋ ਰੋ ਕੇ ਆਪਣਾ ਹਾਲ ਗਵਾ ਲੈਂਦੇ ਆ, ਠੀਕ ਰਹਿੰਦੇ ਆ। ਪਰ ਕਈ ਇੱਦਾਂ ਜਿਹੜੇ ਬੜੇ ਪਿਆਰ ਕਰਨ ਵਾਲੇ ਹੁੰਦੇ ਆ, ਪਰ ਉਹਨਾਂ ਦੀਆਂ ਅੱਖਾਂ 'ਚੋਂ ਆਂਸੂ ਨਹੀਂ ਆਉਂਦੇ ਔਰ ਮੂੰਹ 'ਚੋਂ ਜ਼ੁਬਾਨ ਨਹੀਂ ਨਿਕਲਦੀ। ਏਦਾਂ ਹੋ ਜਾਂਦਾ, ਅੱਖਾਂ ਏਦਾਂ ਅੱਡ ਹੋ ਜਾਂਦੀਆਂ। ਔਰ ਇਹ ਸਭ ਤੋਂ ਖਤਰਨਾਕ ਅਵਸਥਾ ਹੁੰਦੀ ਹੈ। ਮੈਡੀਕਲ ਸਾਇੰਸ ਦੇ ਅਨੁਸਾਰ ਵੀ ਏਦਾਂ ਹੀ ਆ, ਸਾਡੀ ਹਿਊਮਨ ਬੀਇੰਗ ਦੇ ਅਨੁਸਾਰ, ਬੋਡੀ ਦੇ ਅਨੁਸਾਰ ਏਦਾਂ ਹੀ ਆ। ਜਦੋਂ ਇਹ ਹੋ ਜਾਂਦਾ ਨਾ, ਬੰਦੇ ਦਾ ਮਾਈਂਡ ਸਟਕ ਹੋ ਜਾਂਦਾ, ਬੰਦੇ ਦਾ ਮਾਈਂਡ ਡੈਡ ਹੋ ਜਾਂਦਾ, ਦੱਬ ਜਾਂਦਾ, ਬੰਦ ਹੋ ਜਾਂਦਾ, ਪਥਰੀਲਾ ਹੋ ਜਾਂਦਾ ਬੰਦਾ। ਉਹਨੂੰ ਫੀਲਿੰਗ ਆਉਣ ਵੜ ਜਾਂਦੀ। ਤੁਸੀਂ ਕਰੀਓ ਜੋ ਮਰਜ਼ੀ, ਫੀਲਿੰਗ ਨਹੀਂ ਆਉਂਦੀ ਹੈਗੀ। ਔਰ ਕਿੰਨੇ ਏਦਾਂ ਡਿਪਰੈਸ਼ਨ 'ਚ ਪਏ। ਪਰ ਅਜੇ ਉਹ ਬਚ ਜਾਂਦੇ ਜਿਹੜੇ ਰੋ ਲੈਂਦੇ ਆ, ਅਜੇ ਉਹ ਬਚ ਜਾਂਦੇ ਆ ਜਿਹੜੇ ਆਪਣੀ ਗੱਲ ਕਰ ਲੈਂਦੇ ਆ, ਉਹ ਬਚ ਜਾਂਦੇ। ਇਸ ਲਈ ਅੱਜ ਬਸ ਸੁਣੋ, ਅੱਜ ਬਹੁਤ ਸਾਰੇ ਭੈਣ ਭਰਾ ਏਦਾਂ ਜਿਹੜੇ ਆਪਣੇ ਸੋਗ ਵਾਲੀ ਅਵਸਥਾ 'ਚ ਏਦਾਂ ਚੱਲ ਗਏ ਆ ਵੀ ਉਹਨਾਂ ਕੋਲ ਬੋਲ ਵੀ ਨਹੀਂ ਹੁੰਦਾ ਤੇ ਰੋ ਵੀ ਨਹੀਂ ਹੁੰਦਾ। ਹਨਾ ਵੀ ਕਿੰਨੇ ਸਾਲ ਏਦਾਂ ਰਹੀ ਹੋਗੀ, ਪਰ ਅੱਜ 'ਚ ਇੱਕ ਹਿੰਮਤ ਆ ਗਈ ਪ੍ਰਭੂ ਦੀ ਕਿਰਪਾ ਨਾਲ। ਇਹ ਪ੍ਰਭੂ ਦੇ ਅੱਗੇ ਆ ਕੇ ਰੋ ਪਈ। ਅੱਜ ਜਦੋਂ ਪ੍ਰਭੂ ਦੇ ਅੱਗੇ ਆ ਕੇ ਰੋ ਪਈ ਹੈ ਨਾ, ਤੇ ਪ੍ਰਭੂ ਦਾ ਧੰਨਵਾਦ ਆ। ਪ੍ਰਭੂ ਨਾਲ ਗੱਲ ਕੀਤੀ ਇਹਨੇ, ਬਾਹ ਮਾਰ ਮਾਰ ਰੋਈ, ਪ੍ਰਭੂ ਨਾਲ ਗੱਲ ਕੀਤੀ, ਕਹਿੰਦੀ ਪ੍ਰਭੂ ਮੇਰੇ ਬੱਚਾ ਨਹੀਂ ਹੈਗਾ, ਮੈਂ ਇਸ ਗੱਲ ਤੋਂ ਪੀੜਿਤ ਹਾਂ, ਤੂੰ ਇੱਕੋ ਹੀ ਦੇ ਦੇ, ਉਹ ਤੇਰੇ ਘਰ 'ਚ ਰਹੂਗਾ, ਤੇਰੀ ਸੇਵਾ ਕਰੂਗਾ। ਉਹਨੇ ਇੱਕ ਵਾਰਤਾਲਾਪ ਕੀਤੀ ਆਪਣੇ ਪਰਮੇਸ਼ਵਰ ਨਾਲ। ਕਿੰਨੀ ਵਾਰਤਾਲਾਪ ਕੀਤੀ ਆ, ਇੱਥੇ ਸਾਰੀ ਵਰਣਨ ਨਹੀਂ ਕੀਤੀ ਗਈ। ਇੱਕ ਲੰਬਾ ਸਮਾਂ ਹੋ ਗਿਆ ਗੱਲ ਕਰਦੀ ਯਾਰੀ। ਮੈਂ ਤੁਹਾਨੂੰ ਪਹਿਲਾਂ ਬੇਨਤੀ ਕਰਕੇ ਹਟਿਆ, ਜੇ ਤੁਸੀਂ ਆਪਣੇ ਦਿਲ ਦੀ ਗੱਲ ਕਰਨੀ ਸ਼ੁਰੂ ਕਰੋਗੇ ਨਾ, ਤੁਹਾਡੀ ਗੱਲ ਮੁੱਕਣੀ ਨਹੀਂ। ਅੱਜ ਕਿੰਨੇ ਮੁੰਡੇ ਕੁੜੀਆਂ ਇੱਕ ਦੂਜੇ ਨਾਲ ਲਗਾਤਾਰ ਗੱਲਾਂ ਲੱਗੇ ਹੋਆ ਕਰਨ, ਮੁੱਕਦੀਆਂ ਹੀ ਨਹੀਂ ਰਾਤ ਦਿਨ। ਕਿਉਂ ਨਹੀਂ ਮੁੱਕਦੀਆਂ? ਕਿਉਂਕਿ ਦਿਲ ਦੀਆਂ ਗੱਲਾਂ ਕਰਦੇ ਆ। ਰੱਬ ਨਾਲ ਕਰ ਲਓ, ਪਰਮੇਸ਼ਵਰ ਨਾਲ ਕਰ ਲਓ, ਦਿਲ ਦੀਆਂ ਗੱਲਾਂ ਮੁੱਕਣੀਆਂ ਨਹੀਂ ਹੈਗੀਆਂ ਬਹੁਤ ਆ, ਮੁੱਕਣੀਆਂ ਹੀ ਨਹੀਂ। ਮੁੱਕ ਕਿਉਂ ਜਾਂਦੀਆਂ? ਕਿਉਂਕਿ ਦਿਲ ਦੀਆਂ ਨਹੀਂ ਕਰਦੇ, ਹੋਰਨਾਂ ਨਾਲ ਕਰਨੀਆਂ ਆਉਂਦੀਆਂ, ਪਰਮੇਸ਼ਵਰ ਨਾਲ ਨਹੀਂ। ਜਿਹੜੇ ਰਾਤ ਦਿਨ ਲੱਗੇ ਆ ਨਾ ਫੋਨਾਂ ਤੇ, ਮੁੜ ਕੇ ਟੁੱਟ ਜਾਂਦੀ ਹੈ, ਆਤਮ ਹੱਤਿਆ ਕਰਕੇ ਲਟਕ ਜਾਂਦੇ। ਕੋਈ ਜ਼ਹਿਰ ਖਾ ਕੇ ਮਰ ਜਾਂਦਾ, ਕੋਈ ਗੱਡੀ ਥੱਲੇ ਆ ਕੇ ਮਰਦਾ। ਪਰ ਜੇ ਤੁਸੀਂ
ਜਿਹੜੇ ਮਿਲ ਵੀ ਗਏ, ਕਈ ਮਿਲ ਗਏ ਕਹਿੰਦੇ ਮੈਨੂੰ ਪਿਆਰ ਹੋ ਗਿਆ, ਪਿਆਰ ਪ੍ਰਾਪਤ ਹੋ ਗਿਆ, ਉਹਨਾਂ ਦੀ ਵੀ ਹਾਲਤ ਖਰਾਬ ਆ। ਉਹ ਕਹਿੰਦੇ ਐਵੇਂ ਚੱਕਰ 'ਚ ਪੈ ਗਏ ਸੀਗੇ। ਹੁਣ ਤਾਂ ਗੱਲ ਹੋਰ ਸਾਬਤ ਹੋ ਗਈ ਆ, ਕਿਉਂਕਿ ਪਿਆਰ ਕੇਵਲ ਪਰਮੇਸ਼ਰ 'ਚ ਆ। ਪਰਮੇਸ਼ਰ ਦਾ ਬੰਦਾ ਕਹਿੰਦਾ ਪਿਆਰ ਦਾ ਸਾਨੂੰ ਇਸ ਤੋਂ ਪਤਾ ਲੱਗਾ ਕਿ ਉਹਨੇ, ਪਰਮੇਸ਼ਰ ਨੇ ਸਾਡੇ ਲਈ ਜਾਨ ਹੀ ਦੇਤੀ। ਕਹਿੰਦਾ ਸਾਨੂੰ ਪਿਆਰ ਦਾ ਪਤਾ ਨਹੀਂ, ਸਾਡੇ 'ਚ ਪਿਆਰ ਹੈ ਹੀ ਨਹੀਂ, ਸਾਨੂੰ ਕੀ ਪਤਾ ਕੀ ਪਿਆਰ ਹੁੰਦਾ। ਜਦੋਂ ਉਹਨੇ ਸਾਡੇ ਲਈ ਜਾਨ ਹੀ ਦੇਤੀ, ਫਿਰ ਸਾਨੂੰ ਪਤਾ ਲੱਗਾ ਕਿ ਇਹਨੂੰ ਪਿਆਰ ਕਹਿੰਦੇ। ਜਿਹੜੇ ਆ ਚੱਕਰਾਂ 'ਚ ਪੈਂਦੇ ਨਾ ਦੂਸਰਿਆਂ ਦੇ, ਉਹ ਮੈਨੂੰ ਬਹੁਤ ਕਰਦਾ, ਉਹ ਮੈਨੂੰ ਬਹੁਤ ਕਰਦੀ ਹੈ, ਇਹ ਕੋਈ ਨਹੀਂ ਕਰਦੇ ਹੈਗੇ। ਦੇਖ ਲਓ ਇੱਕ ਦਿਨ ਹਿਸਾਬ ਨਿਕਲ ਜਾਣਾ ਸਾਰਾ, ਜਦ ਰਿਜ਼ਲਟ ਨਿਕਲਣਾ ਉਦੋਂ ਤੁਸੀਂ ਫਿਰ ਕੁਛ ਹੋਰ ਕਰਨਾ। ਬੇਨਤੀ ਹੈ ਉਹ ਤੋਂ ਪਹਿਲਾਂ ਮੁੜਿਆਓ, ਪਰਮੇਸ਼ਰ ਨਾਲ ਪਿਆਰ ਕਰੋ। ਕਿਉਂਕਿ ਯਿਸੂ ਮਸੀਹ ਨੂੰ ਪੁੱਛਿਆ ਸਭ ਤੋਂ ਵੱਡਾ ਹੁਕਮ ਕੀ? ਪ੍ਰਭੂ ਯਿਸੂ ਮਸੀਹ ਕਹਿੰਦਾ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਜਾਨ, ਆਪਣੀ ਸਾਰੀ ਬੁੱਧ ਨਾਲ, ਆਪਣੀ ਸਾਰੀ ਸ਼ਕਤੀ ਨਾਲ ਆਪਣੇ ਪਰਮੇਸ਼ਰ ਨਾਲ ਪਿਆਰ ਕਰ, ਆਪਣੇ ਗਾਂਢੀ ਨੂੰ ਆਪਣੇ ਵਰਗਾ ਕਰ। ਇੰਨਾ ਹੀ ਓਕੇ ਹੈ। ਕੀ ਇਸ ਲੈਵਲ ਤੇ ਹੋ? ਜੇਕਰ ਨਹੀਂ ਹੋ ਤਾਂ ਆਪਣਾ ਲੈਵਲ ਠੀਕ ਕਰ ਲਓ। ਜੇ ਤੁਸੀਂ ਲੈਵਲ ਠੀਕ ਕਰ ਲਓਗੇ ਤੁਹਾਡਾ ਪਰਮੇਸ਼ਰ ਤੁਹਾਨੂੰ ਅਸੀਸ ਕਰੂਗਾ। ਔਰ ਹੁਣ ਗੱਲ ਬੜੀ ਸਪਸ਼ਟ ਹੈ, ਹੁਣ ਗੱਲ ਬੜੀ ਸਪਸ਼ਟ ਹੈ। ਦਿਲ ਦੀ ਗੱਲ ਕੀਤੀ ਉਹਨੇ, ਕਹਿਤਾ ਪਰਮੇਸ਼ਰ ਨੂੰ, ਪਰਮੇਸ਼ਰ ਇਹ ਤੈਨੂੰ ਹੀ ਦੇ ਦੇਣਾ, ਤੂੰ ਹੀ ਵਰਤ ਲਈ ਇਹਨੂੰ, ਮੇਰਾ ਨਾਮ ਹੀ ਰਹਿ ਜਾਊਗਾ ਕਿ ਇਹਦਾ ਬੱਚਾ ਹੈ। ਪ੍ਰਭੂ ਦੀ ਸਤੁਤੀ ਹੋਵੇ। ਹੁਣ ਉੱਥੇ ਏਲੀ ਬੈਠਾ, ਏਲੀ ਨੂੰ ਕੀ ਪਤਾ ਉਹ ਕੀ ਕਰਦੀ ਹੈ? ਏਲੀ ਦਾਸ ਆ ਪਰਮੇਸ਼ਰ ਦਾ, ਉਹਨੂੰ ਪਤਾ ਹੀ ਨਹੀਂ ਹੈ ਕੀ ਕਰਦੀ। ਉਹ ਕਹਿੰਦਾ ਇਹ ਤਾਂ ਨਸ਼ਾ ਪੀਤਾ ਲੱਗਦਾ ਇਹਨੇ, ਕੋਈ ਬੋਲੀ ਜਾਂਦੀ ਹੈ, ਮੂੰਹ ਹਿਲਦੇ ਇਹਦੇ, ਬੋਲਦੀ ਕੁਛ ਨਹੀਂ ਹੈਗੀ, ਪਤਾ ਨਹੀਂ ਇਹਦੇ ਅੰਦਰ ਕੀ ਆ। ਕਹਿੰਦਾ ਇਹਨੇ ਨਸ਼ਾ ਪੀਤਾ ਲੱਗਦਾ। ਉਹਨੇ ਕਿਹਾ 15 ਵਜੇ ਲਿਖਿਆ, ਤਦ ਅੰਨਾ ਨੇ ਉੱਤਰ ਦਿੱਤਾ ਅਤੇ ਆਖਿਆ, ਨਹੀਂ ਸਵਾਮੀ ਜੀ, ਮੈਂ ਤਾਂ ਉਦਾਸ ਮਨ ਦੀ ਵੀ ਹਾਂ, ਮੈਂ ਜਾਂ ਕੋਈ ਹੋਰ ਅਮਲ ਨਹੀਂ ਕੀਤਾ, ਨਹੀਂ ਪੀਤਾ, ਪਰ ਯਹੋਵਾ ਦੇ ਅੱਗੇ ਆਪਣੇ ਦਿਲ ਨੂੰ ਡੋਲ ਦਿੱਤਾ ਹੈ। ਤੂੰ ਆਪਣੀ ਟੈਲਰ ਨੂੰ ਸ਼ੈਤਾਨ ਦੀ ਧੀ ਨਾ ਜਾਣ। ਮੈਂ ਤਾਂ ਆਪਣੀਆਂ ਚਿੰਤਾ ਅਤੇ ਦੁੱਖਾਂ ਦੇ ਢੇਰ ਹੋਣ ਕਰਕੇ ਹੁਣ ਥੋੜੀ ਬੋਲਦੀ ਰਹੀ ਹਾਂ। ਉਹ ਕਹਿੰਦੀ ਮੈਂ ਕੋਈ ਅਮਲ ਨਹੀਂ ਕੀਤਾ, ਮੈਂ ਕੋਈ ਨਸ਼ਾ ਨਹੀਂ ਪੀਤਾ। ਤੂੰ ਸ਼ੈਤਾਨ ਦੀ ਬੜੀ ਨਾ ਸਮਝ ਮੈਨੂੰ, ਮੈਂ ਪਰਮੇਸ਼ਰ ਦੀ ਬੱਚੀ ਹਾਂ, ਮੈਂ ਆਪਣੇ ਪਿਤਾ ਨਾਲ ਗੱਲ ਕਰ ਰਹੀ ਹਾਂ। ਮੇਰੇ ਭੈਣ ਭਰਾ, ਹੋ ਸਕਦਾ ਤੁਸੀਂ ਪਰਮੇਸ਼ਰ ਨਾਲ ਗੱਲ ਕਰੋ, ਤੁਹਾਡੇ ਆਗੂ ਨੂੰ ਨਾ ਗੱਲ ਸਮਝ ਲੱਗੇ, ਹੋ ਸਕਦਾ। ਇਹ ਗੱਲ ਦੀ ਵੀ ਚਿੰਤਾ ਨਹੀਂ ਕਰਨ ਦੀ ਲੋੜ। ਕਈ ਕਹਿੰਦੇ ਮੈਨੂੰ ਤਾਂ ਮੇਰਾ ਆਗੂ ਵੀ ਨਹੀਂ ਸਮਝਦਾ, ਮੈਨੂੰ ਕੋਈ ਮੇਰਾ ਭੈਣ ਭਰਾ ਨਹੀਂ ਸਮਝਦਾ। ਨਾ ਸਮਝੇ, ਇੱਕ ਤਾਂ ਹੈਗਾ ਜਿਹੜਾ ਤੁਹਾਨੂੰ ਸਮਝਦਾ ਹੈ, ਉਹਨਾਂ ਤਾਂ ਗੱਲ ਕਰੋ, ਉਹਨਾਂ ਤਾਂ ਕੀਤੀ ਨਹੀਂ ਅਜੇ ਤੱਕ। ਉਹਨਾਂ ਕਰੋ, ਜਦੋਂ ਕਰੂੰਗੇ ਉਹ ਸਮਝੂਗਾ, ਇੰਨਾ ਸਮਝੂਗਾ ਹੱਲ ਕਰ ਦੂਗਾ 100%। ਔਰ ਉਹ ਕੀ ਕਹਿੰਦੀ ਹੈ? ਉਹ ਕਹਿੰਦੀ ਹੈ ਮੈਂ ਕੋਈ ਨਸ਼ਾ ਨਹੀਂ ਪੀਤਾ, ਮੈਂ ਆਪਣੀਆਂ ਚਿੰਤਾ ਤੇ ਦੁੱਖਾਂ ਦੇ ਢੇਰ ਹੋਣ ਕਰਕੇ ਹੁਣ ਤੱਕ ਬੋਲਦੀ ਰਹੀ। ਜੇ ਚਿੰਤਾਵਾਂ ਬਹੁਤ ਆ, ਦੁੱਖ ਬਹੁਤ ਜ਼ਿਆਦਾ ਆ, ਤੇ ਪਰਮੇਸ਼ਰ ਅੱਗੇ ਪ੍ਰਾਰਥਨਾ ਵੀ ਬਹੁਤ ਹੋਣੀ ਚਾਹੀਦੀ ਹੈ। ਜੇ ਨਹੀਂ ਹੈਗੀ ਤਾਂ ਫਿਰ ਚੱਕਰ ਆ। ਇਸ ਲਈ ਬੇਨਤੀ ਆ, ਬੇਨਤੀ ਇਸ ਗੱਲ ਨੂੰ ਸਮਝ ਜਾਓ, ਬੇਨਤੀ ਇਸ ਗੱਲ ਨੂੰ ਸਮਝ ਜਾਓ ਕਿ ਆਪਣੇ ਪਰਮੇਸ਼ਰ ਅੱਗੇ ਜ਼ਿਆਦਾ ਪ੍ਰਾਰਥਨਾ ਕਰਨੀ ਹੈ। ਕਦੋਂ? ਜਦੋਂ ਚਿੰਤਾਵਾਂ ਬਹੁਤ ਹੋਣ, ਜਦੋਂ ਪਰੇਸ਼ਾਨੀਆਂ ਬਹੁਤ ਹੋਣ, ਜਦੋਂ ਦੁੱਖ ਬਹੁਤ ਹੋਣ, ਪੀੜਾਂ ਬਹੁਤ ਹੋਣ। ਕਿਉਂਕਿ ਸਾਰੀਆਂ ਰੱਖਣੀਆਂ ਜੋ ਉਹਦੇ ਅੱਗੇ, ਸਾਰੀਆਂ ਰੱਖਣੀਆਂ ਜੋ ਉਹਦੇ ਅੱਗੇ, ਉਹਨਾਂ ਨਾਲ ਗੱਲਬਾਤ ਕਰਨੀ ਹੈ। ਪ੍ਰਾਰਥਨਾ ਉਹਦੇ ਨਾਲ ਗੱਲਬਾਤ ਆ। ਪ੍ਰਾਰਥਨਾ ਕੇਵਲ ਡਿਮਾਂਡਸ ਨਹੀਂ ਹੈਗੀਆਂ, ਮੰਗਾਂ ਨਹੀਂ ਹੈਗੀਆਂ, ਮੰਗਾਂ ਰੱਖਣੀਆਂ ਨਹੀਂ ਹੈਗੀਆਂ। ਕਿਉਂਕਿ ਕਈਆਂ ਦੀਆਂ ਮੰਗਾਂ ਰੱਖ ਕੇ 5 ਮਿੰਟਾਂ ਬਾਅਦ ਗੱਲ ਨਿਬੜ ਜਾਂਦੀ ਹੈ। ਮੰਗਾਂ ਰੱਖਣ ਤੋਂ ਬਾਅਦ ਉਹਨਾਂ ਹੁਣ ਗੱਲਬਾਤ ਸ਼ੁਰੂ ਕਰੋ, ਜਿੱਦਾਂ ਇਹਨਾਂ ਨੇ ਗੱਲਬਾਤ ਕੀਤੀ ਹੈ। ਇਹ ਗੱਲਬਾਤ ਆ, ਇਹ ਕੇਵਲ ਡਿਮਾਂਡ ਨਹੀਂ ਹੈਗੀ, ਗੱਲਬਾਤ ਆ, ਕਨਵਰਸੇਸ਼ਨ ਹੈ ਪਰਮੇਸ਼ਰ ਨਾਲ ਦੀ, ਗੱਲਬਾਤ ਆ। ਉਹਨਾਂ ਨਾਲ ਵਾਰਤਾਲਾਪ ਕਰੋ। ਔਰ ਜਿਹੜੀ ਇਹ ਗੱਲ ਹੈ, ਜਿੰਨੀਆਂ ਚਿੰਤਾਵਾਂ, ਜਿੰਨੇ ਬੋਝ ਆਉਂਦੇ, ਸਾਰੇ ਉਹਦੇ ਅੱਗੇ ਰੱਖੋ। ਔਰ ਜਿਹੜਾ ਅੱਜ ਜਦੋਂ ਪ੍ਰਭੂ ਦੀ ਹਜ਼ੂਰੀ ਵਿੱਚ ਹੋ, ਇਸ ਗੱਲ ਨੂੰ ਠੀਕ ਸਮਝ ਜਾਓ। ਜਿਹੜਾ ਫਿਲਿੱਪੀਆਂ ਦੀ ਕਿਤਾਬ ਦਾ 4ਵਾਂ ਅਧਿਆਇ ਹੈ, ਜਦੋਂ ਅਸੀਂ ਉੱਥੇ ਪੜ੍ਹਦੇ ਹਾਂ, ਉੱਥੇ ਪਰਮੇਸ਼ਰ ਦਾ ਵਚਨ ਬੜਾ ਕਲੀਅਰ ਹੈ ਕਿ ਜਿੰਨੀਆਂ ਵੀ ਗੱਲਾਂ ਆਉਂਦੀਆਂ ਤੁਹਾਡੇ ਵਿੱਚ, 6ਵੇਂ ਵਚਨ ਜਿੱਦਾਂ ਲਿਖਿਆ ਹੈ, ਫਿਲਿੱਪੀਆਂ 4 ਅਧਿਆਇ 6ਵਾਂ ਵਚਨ, ਕਿਸੇ ਗੱਲ ਦੀ ਚਿੰਤਾ ਨਾ ਕਰੋ, ਸਗੋਂ ਹਰ ਗੱਲ ਵੀ ਤੁਹਾਡੀਆਂ ਅਰਦਾਸਾਂ, ਪ੍ਰਾਰਥਨਾ, ਬੇਨਤੀ ਨਾਲ ਧੰਨਵਾਦ ਨਾਲ ਪਰਮੇਸ਼ਰ ਅੱਗੇ ਕੀਤੀਆਂ ਜਾਣ। ਇਹਦਾ ਮਤਲਬ ਹਰ ਗੱਲ ਜਿਹੜੀ ਤੁਹਾਡੇ ਅੰਦਰ ਆਉਂਦੀ ਹੈ, ਉਸ ਗੱਲ ਦੇ ਵਿੱਚ ਕੀ ਕਰਨੀ? ਪਰਮੇਸ਼ਰ ਅੱਗੇ ਪ੍ਰਾਰਥਨਾ ਕਰਨੀ। ਜਿੰਨੀ ਚਿੰਤਾ ਤੁਹਾਡੇ ਅੰਦਰ ਆਉਂਦੀ ਹੈ, ਸਾਰੀ ਗੱਲ ਦੇ ਅੰਦਰ, ਸਾਰੀ ਚਿੰਤਾਵਾਂ ਦੇ ਅੰਦਰ ਕੀ ਕਰਨੀ? ਪਰਮੇਸ਼ਰ ਅੱਗੇ ਪ੍ਰਾਰਥਨਾ ਕਰਨੀ। ਹਰ ਚਿੰਤਾ ਦੀ ਪ੍ਰਾਰਥਨਾ ਬਣਾਉਣੀ ਹੈ। ਬਹੁਤ ਸਾਰੇ ਸਾਡੇ ਭੈਣ ਭਰਾ ਭਜਨ ਬਣਾਉਣ ਵਾਲੇ ਆ, ਉਹ ਗੱਲਾਂ ਦਾ ਭਜਨ ਬਣਾ ਦਿੰਦੇ ਆ, ਔਰ ਤੁਸੀਂ ਗੱਲਾਂ ਦੀ ਪ੍ਰਾਰਥਨਾ ਬਣਾ ਦਿਓ। ਜਿਹਨੂੰ ਗੱਲਾਂ ਦੀ ਪ੍ਰਾਰਥਨਾ ਬਣਾਉਣੀ ਆ ਜਾਂਦੀ ਆ, ਉਹ ਜਿੱਤ ਜਾਂਦਾ ਹੈ, ਔਰ ਉਹ ਕਾਮਯਾਬ ਹੋ ਜਾਂਦਾ ਆ। ਇਸ ਲਈ ਬੇਨਤੀ ਆ, ਅੱਜ ਇਸ ਗੱਲ ਨੂੰ ਸਮਝ ਜਾਓ, ਸਾਰਿਆਂ ਦੀ ਪ੍ਰਾਰਥਨਾ ਇੱਕੋ ਜਿਹੀ ਨਹੀਂ ਹੋ ਸਕਦੀ। ਲੂਕਾ ਇੰਜੀਲ ਦੇ 18ਵੇਂ ਅਧਿਆਇ ਦੇ ਵਿੱਚ 10 ਆਇਤ ਤੋਂ 14 ਆਇਤ ਤੱਕ 2 ਪ੍ਰਾਰਥਨਾਵਾਂ ਦਾ ਵਰਣਨ ਹੈ।
एक प्रार्थना फरीसी ने की है, वो कहता मैं प्रभु आ गल्लां चंगियां ਹਨ ਮੇਰੇ ਵਿੱਚ ਚੰਗੀਆਂ ਗੱਲਾਂ ਹਨ। ਜਦੋਂ ਆਪਣੇ ਚੰਗੇ ਕੰਮ ਗਿਣਾਏ ਹਨ परमेश्वर ਨੂੰ ਕਿ मैं हफ्ते ਵਿੱਚ 2 ਵਾਰੀ ਵਰਤ ਰੱਖਦਾ, ਸਾਰੀ ਕਮਾਈ ਦਾ 100 ਦਿੰਦਾ, ਮੇਰੀ ਆ ਵਧੀਆ ਗੱਲਾਂ ਮੇਰੇ ਵਿੱਚ ਪਾਈਆਂ ਜਾਂਦੀਆਂ ਹਨ। ਉਹ ਬੋਲਦਾ ਹੈ ਔਰ ਫਿਰ ਕਹਿੰਦਾ ਜਿਹੜਾ ਮੇਰੇ ਇੱਧਰ ਉਹ ਮਸੂਲੀਆ ਹੈ ਉਹਦੇ ਵੱਲ ਦੇਖ ਕੇ ਉਹਦੇ ਅੰਦਰ ਇਹ ਗੱਲ ਆਈ ਹੈ ਮੈਂ ਇਸ ਮਸੂਲੀਆ ਵਰਗਾ ਨਹੀਂ ਹਾਂ। ਪਰ ਜਦੋਂ ਮਸੂਲੀਆ ਪ੍ਰਾਰਥਨਾ ਕਰਨ ਦੇ ਲੈ ਕੇ ਆਇਆ, ਉਹ ਆਪਣੀ ਛਾਤੀ ਪਿੱਟਦਾ ਤੇ ਕਹਿੰਦਾ ਸੀ ਇਹ ਪਿਤਾ ਮੇਰੇ ਤੇ ਦਇਆ ਕਰ, ਮੈਂ ਪਾਪੀ ਹਾਂ, ਮੇਰੇ ਤੇ ਦਇਆ ਕਰ। ਇੰਨੀ ਪ੍ਰਾਰਥਨਾ ਮਸੂਲੀਆ ਕਰ ਰਿਹਾ। ਫਰੀਸੀ ਨੇ ਇੱਕ ਲੰਬੀ ਪ੍ਰਾਰਥਨਾ ਕੀਤੀ ਹੈ ਔਰ ਜਿਹੜਾ ਮਸੂਲੀਆ ਉਹਨੇ ਇੱਕ ਛੋਟੀ ਜਿਹੀ ਪ੍ਰਾਰਥਨਾ ਕੀਤੀ ਹੈ। ਇੱਕ ਲਾਈਨ ਦੀ ਪ੍ਰਾਰਥਨਾ ਹੈ, ਪ੍ਰਭੂ ਮੈਂ ਪਾਪੀ ਹਾਂ, ਮੇਰੇ ਤੇ ਦਇਆ ਕਰ, ਮੈਂ ਪਾਪੀ ਹਾਂ, ਮੇਰੇ ਤੇ ਦਇਆ ਕਰ, ਮੈਂ ਪਾਪੀ ਹਾਂ, ਮੇਰੇ ਤੇ ਦਇਆ ਕਰ। ਓਕੇ, ਜਦੋਂ ਕਹਿ ਰਿਹਾ ਪ੍ਰਭੂ ਮੈਂ ਪਾਪੀ ਹਾਂ, ਮੇਰੇ ਤੇ ਦਇਆ ਕਰ, ਉਹ ਸੱਚ ਬੋਲ ਰਿਹਾ, ਉਹ ਸੱਚ ਬੋਲ ਰਿਹਾ। ਪਰ ਫਰੀਸੀ ਦੇ ਅੰਦਰ ਕਪਟ ਆ, ਉਹਦੇ ਅੰਦਰ ਬਹੁਤ ਸਾਰੀਆਂ ਮਾੜੀਆਂ ਗੱਲਾਂ ਫਰੀਸੀ ਅੰਦਰ ਮੌਜੂਦ ਆ। ਸਭ ਤੋਂ ਵੱਡੀ ਗੱਲ, ਮਾੜੀ ਗੱਲ ਤਾਂ ਉਹ 'ਚ ਇਹ ਮੌਜੂਦ ਆ ਕਿ ਉਹ ਆਪਣੇ ਭਰਾ ਨੂੰ ਤੁੱਛ ਸਮਝਦਾ ਹੈ। ਔਰ ਸਭ ਤੋਂ ਵੱਡੀਆਂ ਮਾੜੀਆਂ ਗੱਲਾਂ ਉਹਦੇ ਵਿੱਚ ਇਹ ਆ ਕਿ ਉਹ ਘਮੰਡੀ ਆ। ਉਹ ਪਰਵਾਹ ਨਹੀਂ ਕਰਦਾ ਆਪਣੀਆਂ ਮਾੜੀਆਂ ਗੱਲਾਂ ਦੀ, ਆਪਣੇ ਚੰਗੀਆਂ ਕੰਮ ਗਣਾਈ ਜਾਂਦਾ। ਅੱਜ ਮੇਰੇ ਭੈਣ ਭਰਾ ਤੇਰੇ ਮੇਰੇ ਕੋਲੋਂ ਵੀ ਆਪਣੇ ਚੰਗੇ ਕੰਮਾਂ ਦੀ ਲਿਸਟ ਬਥੇਰੀ ਵੱਡੀ ਆ। ਮੈਂ ਆਹ ਚੰਗਾ ਕਰਦਾ, ਦੇਖ ਮੈਂ ਆਹ ਚੰਗਾ ਕੀਤਾ, ਦੇਖ ਮੈਂ ਚੰਗਾ ਕੀਤਾ। ਕਈ ਬੰਦੇ ਕਹਿੰਦੇ ਮੈਂ ਇੰਨਾ ਚੰਗਾ, ਫਿਰ ਮੈਨੂੰ ਕੋਈ ਲੋਕੀ ਚੰਗਾ ਗੱਲ ਨਹੀਂ ਕਹਿੰਦੇ। ਨਹੀਂ ਕਹਿੰਦੇ ਮਤਲਬ ਕੁਛ ਨਾ ਕੁਛ ਤਾਂ ਗੜਬੜੀ ਹੋਣੀ ਹੈ। ਉਹ ਤੈਨੂੰ ਦੀਦੀ ਨਹੀਂ, ਕਿਉਂਕਿ ਪ੍ਰਭੂ ਕਹਿੰਦਾ ਤੈਨੂੰ ਤੇਰੀ ਅੱਖ ਵਿੱਚ ਸ਼ਤੀਰ ਨਹੀਂ ਦੀਦਾ, ਤੈਨੂੰ ਆਪਣੇ ਨਾਲ ਦੇ ਦਾ ਕੱਖ ਦੇਦਾ, ਕੱਖ ਦਾ ਅੱਖ ਦਾ ਕੱਖ ਦੀਦਾ, ਉਹਦਾ ਕੱਖ ਦੀਦਾ, ਪਰ ਆਪਣਾ ਸ਼ਤੀਰ ਵੀ ਨਹੀਂ ਦੀਦਾ। ਬੇਨਤੀ ਆ ਆਪਣਾ ਸ਼ਤੀਰ ਵੀ ਦੇਖ ਲਓ। ਉਹ ਤੁਹਾਡੇ ਤੋਂ ਦੇਖ ਨਹੀਂ ਹੋਣਾ, ਕਿਸੇ ਨੂੰ ਕਹੋ ਮੇਰੇ 'ਚ ਦੇਖ ਲਾ, ਜਿਹੜਾ ਦੀਦਾ ਮੈਨੂੰ ਦੱਸ ਦੇ ਤੇ ਕੱਢਣ 'ਚ ਮੇਰੀ ਮਦਦ ਵੀ ਕਰ। ਤੇ ਸਭ ਤੋਂ ਵੱਧ ਕੇ ਆਪਣੇ ਪ੍ਰਭੂ ਨੂੰ ਕਹੋ, ਪ੍ਰਭੂ ਮੇਰੀ ਅੱਖ ਵਾਲਾ ਸ਼ਤੀਰ ਮੈਨੂੰ ਨਹੀਂ ਦੀਦਾ, ਮੈਨੂੰ ਤਾਂ ਦੂਜਿਆਂ ਦੇ ਕੱਖ ਦੀਦੇ ਤੇ ਮੇਰਾ ਸ਼ਤੀਰ ਮੇਰੇ ਤੇ ਪ੍ਰਗਟ ਕਰ ਤਾਂ ਕਿ ਮੈਂ ਸ਼ਤੀਰ ਤੋਂ ਆਜ਼ਾਦ ਹੋ ਜਾਵਾਂ ਤੇ ਮੈਨੂੰ ਸਾਫ਼ ਦਿਸਣ ਲੱਗ ਜਾਵੇ। ਕਿਉਂਕਿ ਕਈਆਂ ਨੂੰ ਸਾਫ਼ ਨਹੀਂ ਦੀਦਾ, ਪੌਲਸ ਨੂੰ ਸਾਫ਼ ਨਹੀਂ ਦੀਦਾ ਸੀਗਾ। ਉਹ ਕਹਿੰਦਾ ਸੀ ਮੈਂ ਵਧੀਆ, ਘਟੀਆ ਸਾਰੇ ਮਸੀਹ ਲੋਕ ਜਿਹਨੇ ਸਾਰੇ ਮਾਰਨੇ ਜਿੰਨੇ ਹੈਗੇ, ਕਹਿੰਦੇ ਕਾਫਰ ਲੋਕ ਹੈ। ਕਿਉਂਕਿ ਉਹਦੇ ਸ਼ਤੀਰ ਸੀ, ਸ਼ਤੀਰ ਵਾਲੇ ਨੂੰ ਕਿਤੋਂ ਮੋਹਰੇ ਦੱਸਬੂ ਕੁਛ ਅੰਨਾ ਸੀ ਉਹ। ਇਸ ਲਈ ਜਦੋਂ ਪ੍ਰਭੂ ਦਾ ਪ੍ਰਕਾਸ਼ ਚਮਕਿਆ, ਸੱਚੀ ਅੰਨਾ ਹੋ ਗਿਆ। ਫਿਰ ਛਿਲਕੇ ਡਿਗੇ, ਛਿਲਕੇ ਡਿੱਗ ਲੈਣ ਦੋ, ਸ਼ਤੀਰ ਨਿਕਲ ਜਾਣ ਦੋ। ਇਹ ਕਿੱਦਾਂ ਨਿਕਲਣਾ? ਠੀਕ ਇਕਰਾਰ ਨਾਲ ਨਿਕਲਣਾ। ਜੇ ਠੀਕ ਇਕਰਾਰ ਨਹੀਂ ਹੈਗਾ, ਇਹ ਸ਼ਤੀਰ ਨਹੀਂ ਜਾਣਾ, ਫਸਿਆ ਰਹਿਣਾ। ਇਸ ਲਈ ਅੱਜ ਬੇਨਤੀ ਆ, ਉਹ ਪ੍ਰਾਰਥਨਾ ਕਰੋ ਜੋ ਅੰਦਰ ਆ ਗੱਲ, ਜੋ ਅੰਦਰ ਗੱਲਬਾਤ ਆ। ਜਿੰਨਾ ਚਿਰ ਅੰਦਰਲੀ ਗੱਲ ਬਾਹਰ ਨਹੀਂ ਆਉਂਦੀ, ਉਹਨਾਂ ਚਿਰ ਅੱਗੇ ਤਰੱਕੀ ਨਹੀਂ ਹੋਣੀ। ਕਿੰਨੇ ਫਸੇ ਪਏ ਆ, ਰੁਕੇ ਪਏ ਆ। ਕਈ ਕਹਿੰਦੇ ਇੰਨੇ ਸਾਲ ਹੋ ਗਏ, ਕੋਈ ਕਹਿੰਦਾ ਇੰਨੇ ਹੋ ਗਏ, ਕਈ ਕਹਿੰਦਾ ਇੰਨੇ ਹੋ ਗਏ। ਉੱਥੇ ਰੁਕੇ, ਅੰਦਰਲੀ ਗੱਲ ਬਾਹਰ ਨਹੀਂ ਹੋ ਰਹੀ, ਆਤਮਿਕ ਤਰੱਕੀ ਨਹੀਂ ਹੋ ਰਹੀ, ਅੱਗੇ ਰਸਤਾ ਖੁੱਲ ਨਹੀਂ ਰਿਹਾ, ਅੱਗੇ ਸਮੱਸਿਆਵਾਂ 100% ਪਈਆਂ ਹੋਈਆਂ ਆ। ਏਦਾਂ ਹੀ। ਪਰ ਇਹ ਗੱਲ ਨੂੰ ਸਮਝ ਜਾਓ ਕਿ ਤੁਹਾਡਾ ਪਰਮੇਸ਼ਵਰ ਤੁਹਾਨੂੰ ਸਮਝਦਾ ਆ, ਪਰ ਉਹ ਤੁਹਾਡੀ ਇਮਾਨਦਾਰੀ ਦੀ ਪਰਖ ਕਰਦਾ ਆ ਕਿ ਤੈਨੂੰ ਪਤਾ ਲੱਗ ਗਿਆ ਕਿ ਮੈਂ ਤੈਨੂੰ ਜਾਣਦਾ। ਅੱਜ ਪ੍ਰਭੂ ਨੂੰ ਇਹ ਕਹਿ ਕੇ ਗੱਲ ਕਰੋ, ਪ੍ਰਭੂ ਤੈਨੂੰ ਤਾਂ ਪਤਾ ਆ। ਜਿੱਦਾਂ ਪਹਿਲਾਂ ਪਤਰਸ ਨੇ ਕਿਹਾ, ਪ੍ਰਭੂ ਆ ਸਾਰੇ ਭਾਵੇਂ ਤੈਨੂੰ ਜਵਾਬ ਦੇ ਜਾਣ, ਇਨਕਾਰ ਕਰ ਜਾਣ, ਪਰ ਮੈਂ ਨਹੀਂ ਕਰੂੰਗਾ। ਪ੍ਰਭੂ ਕਹਿੰਦਾ ਚੱਲ ਫੇ ਹੁਣ 3 ਵਾਰੀ ਕਰੂੰਗਾ। 3 ਵਾਰੀ ਇਨਕਾਰ ਕਰਨ ਤੋਂ ਬਾਅਦ ਪ੍ਰਭੂ ਜੀ ਉਹਦੇ ਕੋਲ ਆਏ, ਮੁਰਦਿਆਂ 'ਚੋਂ ਜਿੰਦਾ ਹੋ ਕੇ। ਫਿਰ ਉਹ ਤੋਂ 3 ਵਾਰੀ ਇਕਰਾਰ ਕਰਾਇਆ। ਤੇ ਫਿਰ ਉਹ ਪਤਾ ਕੀ ਕਹਿੰਦਾ, ਪ੍ਰਭੂ ਤੈਨੂੰ ਪਤਾ ਹੀ ਆ, ਪ੍ਰਭੂ ਜੀ ਤੈਨੂੰ ਪਤਾ ਹੀ ਆ ਕਿ ਮੈਂ ਤੈਨੂੰ ਪਿਆਰ ਕਰਦਾ। ਤੇ ਇਹ ਗੱਲ ਜਿਹੜੀ ਆ ਪ੍ਰਭੂ ਨੂੰ ਕਹੇ, ਚਲੋ ਪ੍ਰਭੂ ਤੈਨੂੰ ਪਤਾ ਹੀ ਆ, ਤੇ ਤੋਂ ਕਿਤੇ ਮੇਰੀ ਹਾਲਤ ਲੁਕਿਓ। ਪ੍ਰਭੂ ਜੀ ਮੈਂ ਹਨੇਰੇ ਕਰਾਂ ਤੈਨੂੰ ਪਤਾ ਨਹੀਂ, ਪ੍ਰਭੂ ਜੀ ਮੈਂ ਪਰਦੇ 'ਚ ਕਰਾਂ ਤੈਨੂੰ ਪਤਾ ਨਹੀਂ, ਪ੍ਰਭੂ ਜੀ ਮੈਂ ਦੁਨੀਆ ਤੋਂ ਲੁਕੋ ਕਰਾਂ ਤੈਨੂੰ ਪਤਾ ਨਹੀਂ। ਪ੍ਰਭੂ ਨੂੰ ਪਤਾ ਆ, ਪਰ ਉਹ ਪ੍ਰਭੂ ਸਾਡੀ ਸਭ ਦੀ ਇਮਾਨਦਾਰੀ ਦੀ ਪਰਖ ਕਰਦਾ ਆ ਕਿ ਅਸੀਂ ਆਪਣੀ ਇਮਾਨਦਾਰੀ ਨਾਲ ਆਪਣਾ ਰਿਕਾਰਡ ਆਪ ਪਰਮੇਸ਼ਰ ਅੱਗੇ ਰੱਖਦੇ ਹਾਂ ਕਿ ਨਹੀਂ ਰੱਖਦੇ। ਪ੍ਰਾਰਥਨਾ ਇੱਥੋਂ ਸ਼ੁਰੂ ਹੋਣੀ ਮੇਰੇ ਭੈਣ ਭਰਾ। ਮੁੱਕਣੀ ਜਾ ਕਿੱਥੇ ਹੈ ਪਰਮੇਸ਼ਰ ਜਾਣਦਾ, ਕਿਉਂਕਿ ਸਦਾ ਹੀ ਪ੍ਰਾਰਥਨਾ ਕਰਨੀ ਹੈ ਨਾ। ਕਿੱਥੇ ਜਾ ਕੇ ਮੁੱਕਣੀ ਹੈ? ਸਾਡੀ ਆਖਰੀ ਅਵਸਥਾ ਕਿਹੜੀ ਹੋਣੀ ਹੈ? ਆਖਰੀ ਅਵਸਥਾ ਸਾਡੀ ਘੋਸ਼ਣਾ ਤੇ ਹੋਣੀ, ਜਿਹੜੀ ਪੌਲਸ ਕਰ ਰਿਹਾ, ਜੇਲ੍ਹ ਤੋਂ ਕਰ ਰਿਹਾ, ਸਜ਼ਾ ਹੋ ਗਈ ਆ ਤਲਵਾਰ ਦੀ ਧਾਰ ਨਾਲ ਵੱਢੇ ਜਾਣ ਦੀ। ਉਹ ਕਹਿ ਰਿਹਾ ਮੈਂ ਆਪਣੇ ਲਹੂ ਦਾ ਅਰਗ ਦੇਣ ਨੂੰ ਆ, ਮੈਂ ਆਪਣੀ ਦੌੜ ਮੁਕਾ ਛੱਡੀ ਹੈ, ਮੈਂ ਆਪਣੀ ਨਿਸ਼ਚਾ, ਆਪਣਾ ਵਿਸ਼ਵਾਸ ਹੁਣ ਤੱਕ ਸਾਂਭ ਕੇ ਰੱਖਿਆ। ਉਹ ਅਨਾਉਂਸਮੈਂਟ ਕਰ ਰਿਹਾ, ਘੋਸ਼ਣਾ ਕਰ ਰਿਹਾ, ਔਰ ਘੋਸ਼ਣਾ ਤੋਂ ਬਾਅਦ ਉਹਨੇ ਆਪਣੀ ਜਾਨ ਦੇ ਦਿੱਤੀ। ਇਸਤੀਫਾਨ ਵੀ ਘੋਸ਼ਣਾ ਕਰਨ ਤੋਂ ਬਾਅਦ ਆਪਣੀ ਜਾਨ ਦੇ ਰਿਹਾ।
ਅੱਜ ਗੱਲ ਇਹ ਹੈਗੀ ਆ ਬੜੀ ਸਪਸ਼ਟ ਰੂਪ ਵਿੱਚ ਇੱਦਾਂ ਆ ਕਿ ਸਾਡੀ ਪ੍ਰਾਰਥਨਾ ਕਿੱਥੇ ਜਾ ਕੇ ਜ਼ਮੀਨ ਤੇ ਖਤਮ ਹੋਣੀ ਆ ਇਹ ਪਰਮੇਸ਼ਵਰ ਜਾਣਦਾ ਆ, ਪਰ ਇਹ ਗੱਲ ਆ ਸ਼ੁਰੂ ਇੱਥੋਂ ਹੀ ਹੋਣੀ ਆ ਔਰ ਹਰ ਰੋਜ਼ ਇੱਥੋਂ ਸ਼ੁਰੂ ਹੋਣੀ ਆ ਜ਼ਮੀਨ ਤੇ, ਕਿ ਜੋ ਅਸੀਂ ਹਾਂ ਅੱਜ ਕਿੱਦਾਂ ਦੇ ਆ ਉੱਥੋਂ ਸ਼ੁਰੂ ਹੋਣੀ, ਕੱਲ ਨੂੰ ਅਸੀਂ ਕਿੱਦਾਂ ਦੇ ਆ ਉੱਥੋਂ ਸ਼ੁਰੂ ਹੋਣੀ। ਇਸ ਲਈ ਹਰ ਰੋਜ਼ ਆਪਣੀ ਪ੍ਰਾਰਥਨਾ ਨੂੰ ਉੱਥੋਂ ਸ਼ੁਰੂ ਕਰੋ ਜਿੱਥੇ ਤੁਸੀਂ ਹੋ ਔਰ ਆਪਣੇ ਆਪ ਦੀ ਜਾਂਚ ਕਰਨ ਤੋਂ ਬਾਅਦ ਉੱਥੋਂ ਪ੍ਰਾਰਥਨਾ ਸ਼ੁਰੂ ਕਰੋ। ਜੋ ਤੁਸੀਂ ਕਰੋਗੇ ਤੁਹਾਡਾ ਪਰਮੇਸ਼ਵਰ ਤੁਹਾਨੂੰ ਬਲੈਸ ਕਰੇਗਾ। ਇਸ ਲਈ ਅੱਜ ਬੇਨਤੀ ਹੈ, ਲਿਖੀਆਂ ਹੋਈਆਂ ਪ੍ਰਾਰਥਨਾਵਾਂ ਤੇ ਅਟਕ ਨਾ ਜਾਓ, ਲਿਖੀਆਂ ਹੋਈਆਂ ਪ੍ਰਾਰਥਨਾਵਾਂ ਤੇ ਅਟਕ ਨਾ ਜਾਓ, ਇਹਨਾਂ ਤੋਂ ਅੱਗੇ ਜਾਓ। ਪ੍ਰਾਰਥਨਾ ਤੁਹਾਡੇ ਜੋ ਫੁੱਟਣੀ ਹੈ, ਜਿੱਦਾਂ ਚਸ਼ਮਾ ਫੁੱਟਦਾ ਹੈ ਨਾ, ਫੁੱਟਦਾ ਇੰਨਾ ਚਸ਼ਮਾ ਫੁੱਟਦਾ ਫੈਲ ਜਾਂਦਾ ਸਾਰੀ ਦੁਨੀਆ 'ਚ, ਏਦਾਂ ਹੀ ਤੁਹਾਡੇ ਅੰਦਰੋਂ ਚਸ਼ਮਾ ਫੁੱਟੂਗਾ, ਪਵਿੱਤਰ ਆਤਮਾ ਦੇ ਰੂਪ ਵਿੱਚ ਫੁੱਟੂਗਾ। ਕਿਉਂਕਿ ਰੋਮੀਆਂ 8:26 ਬੜਾ ਕਲੀਅਰ ਹੈ ਕਿ ਤੁਸੀਂ ਤਾਂ ਪ੍ਰਾਰਥਨਾ ਕਰਨੀ ਨਹੀਂ ਜਾਣਦੇ, ਪਰ ਪਵਿੱਤਰ ਆਤਮਾ ਤੁਹਾਡੇ ਅੰਦਰ ਆ ਕੇ ਆਪ ਆਕਰਤ ਹੋ ਕੇ ਭਰ ਕੇ ਤੁਹਾਡੇ ਲਈ ਪ੍ਰਾਰਥਨਾ ਕਰਦਾ ਹੈ, ਤੁਹਾਡੇ ਲਈ ਸਿਫਾਰਿਸ਼ ਕਰਦਾ ਹੈ। ਉਸ ਪਵਿੱਤਰ ਆਤਮਾ ਨੂੰ ਆਪਣੇ ਅੰਦਰ ਆਣ ਕੇ ਪ੍ਰਾਰਥਨਾ ਕਰਨ ਦਿਓ, ਆਪਣਾ ਪਲੇਟਫਾਰਮ ਦੇ ਦਿਓ ਉਹਨੂੰ, ਆਪਣਾ ਪਲੇਟਫਾਰਮ ਉਹਨੂੰ ਦੇ ਦਿਓ, ਆਪਣਾ ਦਿਲ ਉਹਨੂੰ ਦੇ ਦਿਓ, ਆਪਣਾ ਸਭ ਕੁਝ ਉਹਨੂੰ ਦੇ ਦਿਓ, ਆਪਣਾ ਸਰੀਰ ਉਹਨੂੰ ਦੇ ਦਿਓ, ਆਪਣੀ ਜ਼ੁਬਾਨ ਉਹਨੂੰ ਦੇ ਦਿਓ, ਆਪਣਾ ਸਭ ਕੁਝ ਉਹਨੂੰ ਦੇ ਦਿਓ, ਤਾਂ ਕਿ ਤੁਹਾਡੇ ਅੰਦਰ ਆ ਕੇ ਉਹ ਆਪ ਪ੍ਰਾਰਥਨਾ ਕਰੇ। आओ दुआ में चलिए। थैंक यू जीसस, थैंक यू जीसस, थैंक यू जीसस। अर्पित करिए अपने आप को, पेंट करिए अपने आप को, पेंट करिए अपने आप को, अर्पित करिए। रफसा खाना रेशा खाना रबसाना रबोकीले रिबेरी शानी मारा सारा काला रबरसाना साखा वारा 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 सारा खाना रबशकेने रिबेरी सनी खाना रबोशिकेने रिबेरी सना। है खुदावन आज तेरी पवित्र हजूरी च प्रभु जो तेरे सब बच्चे हैं प्रभु, खुदावन सब ने तेरे को प्रार्थना दे विखे सीखा है प्रभु, ए खुदावन जो सीखा है तेरे को प्रार्थना दे विखे, ए खुदावन ਇਹਦੇ ਵਿੱਚੋਂ ਅਸੀਂ ਥੋੜਾ ਸਿੱਖਿਆ ਹੈ ਪ੍ਰਭੂ। ਬਹੁਤ ਸਾਰੇ ਬਿੰਦੂ ਹਨ ਜਿਹੜੇ ਬਾਕੀ ਹਨ, ਜਿਹੜੇ ਅਸੀਂ ਆਉਣ ਵਾਲੇ ਸਮੇਂ ਤੇਰੇ ਕੋਲੋਂ ਸਿੱਖਾਂਗੇ ਔਰ ਆਪਣੇ ਉੱਤੇ ਉਹਨੂੰ ਸਪਸ਼ਟ ਦੇਖਾਂਗੇ ਪ੍ਰਭੂ। ਪਰ ਇਸ ਵਕਤ ਪ੍ਰਭੂ ਜੋ ਅਸੀਂ ਸਿੱਖਿਆ ਹੈ ਉਹ ਬੜਾ ਸਪਸ਼ਟ ਹੈ ਕਿ ਤੈਨੂੰ ਕਪਟ ਵਾਲੀ ਪ੍ਰਾਰਥਨਾ ਪਸੰਦ ਨਹੀਂ ਹੈ ਔਰ ਤੈਨੂੰ ਕਪਟੀ ਬੰਦਾ ਪਸੰਦ ਨਹੀਂ ਹੈ। ਜਿੱਦਾਂ ਦੇ ਅਸੀਂ ਹਾਂ ਉਦਾਂ ਦੇ ਤੇਰੇ ਅੱਗੇ ਪੇਸ਼ ਹੋਈਏ, ਤੈਨੂੰ ਇਹੀ ਪਸੰਦ ਹੈ ਪ੍ਰਭੂ। ਤੁਸੀਂ ਆਪਣੀ ਭਾਸ਼ਾ ਵਿੱਚ ਕਿਹਾ ਜੋ ਤੂੰ ਸਾਰੀਆਂ ਆਗਿਆਵਾਂ ਨੂੰ ਪੂਰਾ ਕਰ ਲਵੇਂ, ਤਾਂ ਵੀ ਪਰਮੇਸ਼ਰ ਅੱਗੇ ਕਹੀਂ हे ਪਿਤਾ ਮੈਂ ਨਿਕੰਮਾ ਬੰਦਾ, ਮੇਰੇ ਤੇ ਦਇਆ ਕਰੀ, ਬਹੁਤ ਕੁਝ ਨਹੀਂ ਕਰ ਸਕਿਆ। ਅੱਜ ਖੁਦਾਵੰਦ ਤੇਰੀ ਹਜ਼ੂਰੀ 'ਚ ਨਮਰ ਹੋ ਕੇ ਪ੍ਰਾਰਥਨਾ ਕਰਦੇ ਹਾਂ ਕਿ ਪ੍ਰਭੂ ਅਸੀਂ ਨਿਕੰਮੇ ਹੀ ਹਾਂ ਪ੍ਰਭੂ, ਬਹੁਤ ਕੁਝ ਨਹੀਂ ਕਰ ਸਕੇ, ਪਰ ਪ੍ਰਭੂ ਜੋ ਕੁਝ ਵੀ ਕਰ ਸਕੇ ਉਹ ਤੇਰੀ ਕਿਰਪਾ ਨਾਲ ਕਰ ਸਕੇ। ਪਰ ਅੱਜ ਪ੍ਰਾਰਥਨਾ ਕਰਦੇ ਹਾਂ ਪ੍ਰਭੂ सब दे अंदरों प्रार्थना चलनी शुरू हो जाए। हाँ प्रभु रोमिया 8:26 सब ते पूरा कर दे प्रभु। रसूलों की किताब 2 अध्याय 1-4 वचन सब ते पूरा कर दे प्रभु, सब ते पूरा कर दे। और खुदावन सब दे अंदर प्रार्थना फुटनी शुरू हो जाए, सब तेरे नाल गलबात करने वाले बन जान, सब तेरे अगे दिल डोलण वाले बन जान, जिहड़े ढक्कन लगे अज खुल जाण यीशु दे सामर्थी नाम विच, ਜਿਹੜੇ ਬੰਧਨ ਪਏ ਜੀ ਖੁੱਲ ਜਾਣ ਯਿਸੂ ਦੇ ਸਾਮਰਥੀ ਨਾਮ ਵਿੱਚ। 100% ਜਲਾਲ ਕੁਦਰਤ ਹੈ ਔਰ ਸਾਰਾ ਕੁਝ ਉਜਵਲ ਹੋਵੇ। ਖੁਦਾਵੰਦ ਤੇਰਾ ਧੰਨਵਾਦ 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 ਧੰਨਵਾਦ। हे ਬੈਰੀ ਹੁਣ ਤੇਰੀਆਂ ਚਾਲਾਂ ਦੀ ਸਮਝ ਪ੍ਰਭੂ ਦੇ ਬੱਚਿਆਂ ਨੂੰ ਲੱਗ ਗਈ ਹੈ। ਹੁਣ ਇਹਨੀ ਉਦਾਸ ਹੋ ਕੇ ਨਹੀਂ ਬਹਿਣਾ, ਹੁਣ ਇਹ ਨਿਰਾਸ਼ ਹੋ ਕੇ ਨਹੀਂ ਬਹਿਣਾ, ਹੁਣ ਇਹਨੀ ਨਿਚਲੇ ਸਤਰ ਤੇ ਨਹੀਂ ਰਹਿਣਾ, ਹੁਣ ਇਹ ਉੱਪਰ ਉੱਠਣਗੇ ਯਿਸੂ ਦੇ ਨਾਮ ਵਿੱਚ ਔਰ ਯਿਸੂ ਮਸੀਹ ਦੇ ਕਦ ਤੱਕ ਪਹੁੰਚਣਗੇ, ਉਹਦੇ ਦਿਲ ਤੱਕ ਪਹੁੰਚਣਗੇ, क्योंकि ਉਹਦੇ ਸਰੀਰ ਦੇ ਅੰਗ ਆ, ਉਹਦੇ ਵਰਗੇ ਬਣਨਗੇ। ਹਾਲੇਲੂਇਆ। ਇਹ ਬਾਡੀ ਆਫ ਕ੍ਰਾਈਸਟ ਆ, ਇਹ ਮਸੀਹ ਦੀ ਦੇਹ ਆ, ਇਹ ਮਸੀਹ ਦੀ ਦੁਲਹਨ ਆ, ਇਹ ਮਸੀਹ ਦੀ ਜ਼ਮੀਨ ਆ, ਇਹ ਖੁਦਾ ਦੇ ਮੰਦਿਰ ਆ, ਇਹ ਉਹਦੇ ਵਰਗੇ ਬਣਨਗੇ। ਹਾਲੇਲੂਇਆ। ਥੈਂਕ ਯੂ ਜੀਸਸ, 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 ਥੈਂਕ ਯੂ ਜੀਸਸ। ਪ੍ਰਭੂ ਇਹ ਦਈਆਂ ਹੁਣ ਤੇਰੀਆਂ ਆ। ਪਵਿੱਤਰ ਆਤਮਾ ਤੁਸੀਂ ਕਬਜ਼ਾ ਕਰੋ, ਇਹ ਸਾਰੇ ਦਿਲ ਦਿਮਾਗਾਂ ਸ਼ੀਰਾਂ ਜਾਨਾਂ ਰੂਹਾਂ ਜ਼ਿੰਦਗੀਆਂ ਤੇ ਕਬਜ਼ਾ ਕਰੋ और तुम सब का संचालन करो। अस सब तेरे च वादे जाइए, तेरे पुत्रों को महिमा दईए। और प्रभु इस महामारी के समय जो बहुत सारे के मन डोले होए ते भरे होए ते उदास आ, बहुत सारे को प्रभु खाण नूं भोजन नहीं है और बहुत सारे को प्रभु वरतण वाली चीज़ों की घाट आ और बहुत सारे प्रभु आत्मिक तौर पर बुझ गए, बहुत सारे उदास निराश और परेशान हो गए। अं प्रार्थना करते प्रभु सब नूं अज बदल दे। तू यहोवा यीरे मुहैया कराने वाला खुदा है प्रभु, सब कुछ मुहैया हो जाए, सब कुछ मुहैया, शरीर दियां सारियां जरूरतां पूरियां और आत्मा दियां सारियां आशीषां भर जान। किरपा होवे किरपा। और अज तो प्रार्थना दियां लड़ियां शुरू हो जाण तो प्रभु
प्रार्थना एक निरंतर प्रार्थना, सदा दी प्रार्थना प्रभु यीशु के नाम च अंदरों चलनी शुरू हो जाए। और खुदावन जो क्या सदा ही प्रार्थना करते रहो, सब सदा ही प्रार्थना जुड़े रहे। थैंक यू जीसस, 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 थैंक यू जीसस। शुक्रिया करते हैं परमेश्वर, तेरा धन्यवाद करते हैं, तेरा धन्यवाद करते हैं, तेरा धन्यवाद करते हैं, तेरा धन्यवाद करते हैं। जो साड़ी दुआ मान लिया, सारिया मेहरबानियां लिए तेरा शुक्र 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 करते हैं। ये सारिया दुआ बेनतियां यीशु नासरी के पवित्र नाम च अधीन होकर धन्यवाद सहित मंगते हैं। आमीन आमीन आमीन। खुदावंद दी जुड़ी तुहाडे नाल बनी रहे और खुदावंद दा फजल तुहाडे नाल कायम रहे।